की फतेह। गुरु दर ते हाजिर गुरु सवारे खालसा जी, आप जी वड भागे हो जो 8वें पातशाह बाला प्रीतम सतगुरु जिस डिठै सब दुख जाए, इन्हां अजमतां वडियाइयां दे मालक गुरु हरकृष्ण साहब महाराज जी दे पवित्र चरण छो प्राप्त इतिहासक अस्थान गुरुद्वारा बंगला साहब जी की यात्रा करदियां जुगो जुग अटल छतर चवर तखत दे मालक धन 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 श्री गुरु ग्रंथ साहिब पातशाह महाराज जी दे हजूर मनुखा जीवन दियां घड़ियां नूं सफला कर रहे हो। सतगुरु सारियां दी यात्रा सफल करन। हुण समा है गुरु दरबार दे निजम अनुसार गुरु इतिहास दी चल रही लड़ीवार कथा दा अपनियां मन बिरतियां इकागर करो, रसना पवित्र कर दे एक बार, सारे उच्चारण करो जी सतनाम वाहे गुरु जी। ये इतिहास पहले पातशाह जाहर पीर जगत गुरु कल तारण आए श्री गुरु नानक देव महाराज जी का है। प्रसंग है जगत जुलंदे दा उदार करदियां सतगुरु जी चार चक्कां दा नौखंड पृथ्वी दा उदार करदे करदे 8वें खंड विच पहुंचे ने, जिथों तक आपां ने कल कथा सरवण कीती है। ये जिहड़ा 8वां खंड सी इहदा नाम सी भद्र खंड। इत्थों दा राजा धर्मी सी। इसने आके गुरु जी नूं मत्था टेकिया, हथ जोड़े, गुरु दे कोलों अपना संसार निवृत्त कीता। इन्हें पुछया सी महाराज कि जिहड़े चार आश्रम ने जिन्हां दे विच गृहस्थ है, ब्रह्मचर्य है, वानप्रस्थ है, संन्यास है, इन्हां चारां दे विचों उत्तम किहड़ा है, वधिया किहड़ा है, चंगा कौन है? तो सतगुरु जी ने दस्या सी कि जिहड़े बाकी 3 आश्रम ने ये उन्हां दा भी मूल है, वड्डा तो है ही है, श्रोमणी तो है भाई, पर वड्डा श्रोमणी होने दे नाल नाल जिहड़ा गृहस्थ है, ये सारे जिहड़े आश्रम ने ये उन्हां दा मूल है, उन्हां दा मुढ़ है,
ਉਹਨਾਂ ਦਾ ਬੀਜ ਹੈ। ਜਿਵੇਂ ਅੱਜ ਵੀ ਜਿੰਨੇ ਧਰਮ ਨੇ ਸੰਸਾਰ ਦੇ ਵਿੱਚ, ਕਈਆਂ ਨੇ ਤਕਰੀਬਨ 300 ਦੇ ਕਰੀਬ ਧਰਮਾਂ ਦਾ ਜ਼ਿਕਰ ਕੀਤਾ ਹੈ। ਸਗਲ ਧਰਮ ਮੈਂ ਗ੍ਰਸਤ ਪ੍ਰਧਾਨ ਹੈ। ਸਾਰੇ ਧਰਮਾਂ ਦੇ ਵਿੱਚੋਂ ਪ੍ਰਧਾਨ ਧਰਮ ਹੈ ਉਹ ਗ੍ਰਸਤ ਹੈ। ਕਿਵੇਂ ਭਾਈ? ਕਿਉਂਕਿ ਕੋਈ ਵੀ ਧਰਮ ਬਾਈ ਬਰਥ ਨਹੀਂ ਹੁੰਦਾ। ਹੁਣ ਕਿਸੇ ਨੇ ਸਿੱਖ ਬਣਨਾ ਹੋਵੇ ਤਾਂ ਅੰਮ੍ਰਿਤ ਛਕਣਾ ਪਵੇਗਾ, ਪੰਜ ਪਿਆਰਿਆਂ ਦੇ ਅੱਗੇ ਪੇਸ਼ ਹੋਣਾ ਪਵੇਗਾ। ਕਿਸੇ ਨੇ ਹਿੰਦੂ ਬਣਨਾ ਹੋਵੇ ਤੇ ਜਨੇਊ ਪਾਉਣਾ ਪਵੇਗਾ, ਔਰ ਉਹਦੇ ਵਾਸਤੇ 9 ਸਾਲ ਦੀ ਉਮਰ ਹੋਣੀ ਚਾਹੀਦੀ ਹੈ। ਕਿਸੇ ਨੇ ਮੁਸਲਮਾਨ ਬਣਨਾ ਹੋਵੇ ਤੇ ਉਹਨੂੰ ਖਤਨਾ ਕਰਾਉਣਾ ਪੈਂਦਾ ਹੈ, ਸੁੰਨਤ ਕਰਾਉਣੀ ਪੈਂਦੀ ਹੈ। ਇਹਦਾ ਅਰਥ ਕੀ ਹੈ? ਜਨਮ ਤੋਂ ਬਾਅਦ ਧਰਮ ਸ਼ੁਰੂ ਹੁੰਦਾ ਹੈ। ਜਨਮ ਤੋਂ ਕਿਸੇ ਦਾ ਕੋਈ ਧਰਮ ਨਹੀਂ ਹੈ। ਜਨਮ ਲੈਣ ਤੋਂ ਬਾਅਦ ਕੋਈ ਹਿੰਦੂ ਬਣਦਾ ਹੈ, ਕੋਈ ਮੁਸਲਮਾਨ ਬਣਦਾ ਹੈ, ਕੋਈ ਸਿੱਖ ਬਣਦਾ ਹੈ, ਕੋਈ ਬਪਤਿਸਮਾ ਲੈ ਕੇ ਈਸਾਈ ਬਣਦਾ ਹੈ, ਕੋਈ ਗੰਠੀ ਪਾ ਕੇ ਕੋਈ ਦੂਸਰਾ ਧਰਮ ਗ੍ਰਹਿਣ ਕਰਦਾ ਹੈ। ਜਿਵੇਂ ਭਾਈ ਨੰਦ ਲਾਲ ਸਾਹਿਬ ਜੀ ਨੂੰ ਵੀ ਉਹਨਾਂ ਦੇ ਜਿਹੜੇ ਪੁਰਖੇ ਸੀ ਉਹਨਾਂ ਨੇ ਯਤਨ ਕੀਤਾ ਸੀ ਕਿ ਤੁਸੀਂ ਵੀ ਪੁੱਤਰ ਆਪਣਾ ਧਰਮ ਗ੍ਰਹਿਣ ਕਰੋ ਤੇ ਆਪਣੇ ਗਲ ਵਿੱਚ ਕੰਠੀ ਪਾਓ। ਉਹਨਾਂ ਨਹੀਂ ਸੀ ਪਾਈ। ਸਤਿਗੁਰੂ ਜੀ ਨੂੰ ਜਨੇਊ ਪਾਉਣ ਦੀ ਕੋਸ਼ਿਸ਼ ਕੀਤੀ, ਉਹਨਾਂ ਨੇ ਨਹੀਂ ਸੀ ਪਾਇਆ। ਪਰ ਇਹ ਇੱਕ ਹਕੀਕਤ ਹੈ ਕਿ ਧਰਮ ਧਾਰਨ ਕਰਨ ਵਾਸਤੇ ਪਹਿਲਾਂ ਗ੍ਰਸਤੀਆਂ ਦੇ ਘਰ ਵਿੱਚ ਜਨਮ ਲੈਣਾ ਪੈਂਦਾ ਹੈ। ਅੱਜ ਵੀ ਬਿਨਾਂ ਮਾਂ-ਬਾਪ ਤੋਂ ਬੱਚੇ ਦਾ ਜਨਮ ਨਹੀਂ ਹੁੰਦਾ। ਹਾਲਾਂਕਿ ਸਾਇੰਸ ਨੇ ਬੜੀ ਤਰੱਕੀ ਕੀਤੀ ਹੈ, ਪਰ ਕਿਤੇ ਨਾ ਕਿਤੇ ਅਗਰ ਅਸੀਂ ਉਹਦੀ ਪੜਚੋਲ ਵਿੱਚ ਜਾਵਾਂਗੇ, ਉਹਦੀ ਖੋਜ ਵਿੱਚ ਜਾਵਾਂਗੇ, ਤਾਂ ਫਿਰ ਸਾਨੂੰ ਇੱਕ ਗੱਲ ਜ਼ਰੂਰ ਸਮਝ ਆਵੇਗੀ ਵੀ ਨਹੀਂ, ਇਹ ਮਾਂ ਪਿਓ ਤੋਂ ਬਗੈਰ ਹੈ ਹੀ ਨਹੀਂ ਹੈ। ਔਰ ਸਤਿਗੁਰੂ ਦੀ ਬਾਣੀ 'ਚ ਲਿਖਿਆ ਹੋਇਆ ਦਰਜ ਹੈ ਕਿ ਮਾਤ ਪਿਤਾ ਬਿਨ ਬਾਲ ਨਾ ਹੋਈ। ਮਾਤਾ ਪਿਤਾ ਤੋਂ ਬਿਨਾ ਬੱਚਾ ਨਹੀਂ ਹੋ ਸਕਦਾ। ਸੋ ਸਤਿਗੁਰੂ ਨੇ ਇਸ ਰਾਜੇ ਨੂੰ ਉਪਦੇਸ਼ ਦਿੱਤਾ। ਰਾਜੇ ਨੇ ਇਸ ਧਰਮ ਨੂੰ ਫਿਰ ਧਾਰਨ ਕੀਤਾ। ਵੇਖੋ, ਸਿੱਖ ਹੋਣ ਦਾ ਅਰਥ ਇਹ ਨਹੀਂ ਵੀ ਤੁਸੀਂ ਗੁਰਦੁਆਰੇ ਮੱਥਾ ਟੇਕ ਲਿਆ ਤੇ ਸਿੱਖ ਹੋ ਗਏ, ਕੱਲੀ ਦਾੜੀ ਵਧਾ ਲਈ ਤੇ ਸਿੱਖ ਹੋ ਗਏ, ਮੇਰੇ ਵਾਂਗੂ ਕਿਰਪਾਨ ਫੜ ਲਈ ਤਾਂ ਸਿੱਖ ਹੋ ਗਏ। ਨਹੀਂ, ਸਿੱਖ ਹੋਣ ਵਾਸਤੇ ਅੰਮ੍ਰਿਤ ਵੇਲੇ ਉੱਠਣਾ, ਬਾਣੀ ਪੜ੍ਹਨੀ, ਸਿਮਰਨ ਕਰਨਾ, ਸੰਗਤ ਕਰਨੀ, ਸੇਵਾ ਕਰਨੀ, ਦਸਾਂ ਨੋਹਾਂ ਦੀ ਕਿਰਤ ਕਰਨੀ, ਦਾਨ ਕਰਨਾ, ਫਿਰ ਵੰਡ ਛਕਣਾ, ਸਭ ਨੂੰ ਪਿਆਰ ਕਰਨਾ। ਇਹ ਸਾਰੀਆਂ ਜਿਹੜੀਆਂ ਨੇ ਇਹ ਸਿੱਖ ਦੇ ਧਰਮ ਦੀਆਂ ਅਰੋਹ ਰੀਤਾਂ ਨੇ ਭਾਈ। ਅਗਰ ਇਹਨਾਂ ਨਿਯਮਾਂ ਦੀ ਅਸੀਂ ਪਾਲਣਾ ਨਹੀਂ ਕਰਾਂਗੇ ਤੇ ਸਿੱਖ ਨਹੀਂ ਅਖਵਾ ਸਕਾਂਗੇ। ਸਾਡੇ 'ਚ ਕੱਟੜਪੰਥੀ ਬਹੁਤ ਹੈ, ਮੁਸਲਮਾਨਾਂ 'ਚ ਵੀ ਬੜੀ ਹੈ, ਹਿੰਦੂਆਂ 'ਚ ਬਹੁਤ ਹੈ। ਮਤਲਬ ਇੰਨਾ ਜਨੂਨ ਹੈ ਕਿ ਜੇ ਕਿਸੇ ਨੇ ਜਾ ਕੇ ਮੰਦਰ ਦੇ ਸਪੀਕਰ ਤੋਂ ਆਵਾਜ਼ ਦੇ ਦਿੱਤੀ ਕਿ ਉਹ ਜਿਹੜਾ ਗਾਂ ਦਾ ਵਛੜਾ ਲੱਭਦਾ ਨਹੀਂ ਸੀ ਉਹ ਲੱਭ ਗਿਆ,
ਪਰ ਜਿਉਂਦਾ ਨਹੀਂ ਲੱਭਿਆ, ਉਹਦਾ ਕੇਵਲ ਹੱਡੀਆਂ ਦਾ ਪਿੰਜਰ ਲੱਭਿਆ। ਅਜੇ ਉਹਦਾ ਟੈਸਟ ਨਹੀਂ ਹੋਇਆ ਵੀ ਉਹ ਪਿੰਜਰ ਗਾਂ ਦਾ ਹੈ ਕਿ ਮੱਝ ਦਾ ਹੈ ਕਿ ਵੱਛੇ ਦਾ ਹੈ ਕਿ ਕਿਸੇ ਜੰਗਲੀ ਗਊ ਨੀਲ ਗਊ ਦਾ ਹੈ ਕਿ ਹਿਰਣ ਦਾ ਹੈ। ਪਰ ਨਤੀਜਾ ਕੀ ਨਿਕਲਿਆ, ਜਿਹੜਾ ਪਿੰਡ ਵਿੱਚ ਇੱਕ ਮੁਸਲਮਾਨਾਂ ਦਾ ਘਰ ਸੀ, ਉਹਨਾਂ ਦਾ ਇੱਕ ਬੰਦਾ ਮਾਰ ਦਿੱਤਾ ਗਿਆ ਵੀ ਇਹਨੇ ਹੀ ਮਾਰਿਆ ਹੋਣਾ। ਇੱਦਾਂ ਨਹੀਂ ਹੋਣਾ ਚਾਹੀਦਾ। ਫਿਰ ਧਰਮ ਨਹੀਂ ਹੈ। ਧਰਮ ਦਾ ਅਰਥ ਹੈ ਸਭ ਨੂੰ ਪਿਆਰ ਕਰਨਾ। ਦੇਖੋ, ਜਿਹਦੀ ਗਲਤੀ ਉਹਨੂੰ ਸਜ਼ਾ ਦੇਣੀ ਯੋਗ ਹੈ, ਪਰ ਸਜ਼ਾ ਦੇਣ ਵਾਸਤੇ ਉਹਦੇ ਲਈ ਉਹਨੂੰ ਸਮਝਾਉਣਾ ਵੀ ਤਾਂ ਜ਼ਰੂਰੀ ਹੈ ਨਾ ਕਿ ਭਾਈ ਤੇਰਾ ਦੋਸ਼ ਇਹ ਹੈ, ਇੱਥੇ ਹੈ, ਆਹ ਗਲਤੀ ਹੈ। ਮਤਲਬ ਕੱਟੜਤਾ ਅੱਜ ਸਾਡੇ ਵਿੱਚ ਬਹੁਤ ਹੈ। ਇਹ ਜਿਹੜੇ ਜਿੰਨੇ ਝਗੜੇ ਕੱਟੜਤਾ ਦੇ ਨੇ, ਧਰਮ ਦੇ ਝਗੜੇ ਨਹੀਂ ਹੈ। मजहब नहीं सिखाता आपस में बैर रखना। कोई धर्म भी कहता है कि तुसी एक दूजे नाल वैर करो भाई। अगर कोई मुट मटाव आउंदा है, कोई ख्यालों का विचारों का मतभेद आउंदा है, तुसी बैठ के ठीक कर सकते हो। उस तो अगे कानून हैगे ने, थाने ने, कोर्ट कचहरियां ने। इत्थे हुण पुलिस नहीं सुनती सब दी, अगले कोर्ट चले जाते हैं। तो कोर्ट तो की हुंदा है, तुहाडी सुनवाई भी हो जाती है तो थानेदार की टोपी भी उतर जाती है। जज उन्होंने सस्पेंड कर देंदे ने कि तू उत्थे उस इलाके का थानेदार सी, तेरी ड्यूटी सी भाई, तू इंसाफ क्यों नहीं दिता इन्हां नूं, तू इन्हां दी सुनवाई क्यों नहीं की। इस तो अगे ये दुनियावी अदालतां तो अगे एक रब की भी अदालत है। मत सोचना सारे नबेड़े इत्थे होने ने, कुछ नबेड़े अगे जाके भी होने ने। उत्थे सच्चे ही सच निबड़े, चुन वख कढ़े जजमालिया, थाओ ना पाएन कूड़ियार, मुँह काले दोजक चालिया, तेरे नाए रते से जिन गए, हार गए से ठगन वालिया, लिख नामै धर्म बहालिया। इथों फिर सतगुरु जी राजे नूं, प्रजा नूं सिक्खी दा धर्म दे के अगे चले। तो भाई मरदाने नूं कहंदे ने, मरदानिया ये 8 खंड जिहड़े ने तू वेखे ने, ते 9वां खंड जिहड़ा है वो भरत खंड है। हाँ जी। विदा होए गमने गुण खाने, मरदाने सो बोले बाणी। सतगुरु इस 8वें खंड तो चले, भाई मरदाना जी नूं ये बचन आखे ने। अष्ट खंड एह तुझे दिखाए, 9 में पारथ खंड गिनाए। 8 खंड सी जेड़े मरदानिया तू वेखे ने, धरती दे 8 टुकड़े। ये 9वां खंड है जिहड़ा भरत खंड है। चल हुण तैनूं वो विखाउने आ। हाँ जी। चल कर अब दिखावे ओही, जह परिवार सदन है तो ही। सतगुरु कहन लगे, मरदानिया इस खंड विच तेरा परिवार भी रहिंदा है, इस खंड विच तेरे बच्चे भी रहिंदे ने। हाँ जी। सुन मरदाने पुन बच पाखा, चलो प्रभु जित को अभिलाखा। आख्या सतगुरु चलो जिधर आप जी की इच्छा होवे। हाँ तो मार्ग सतगुरु मैं ते थोड़े रस्ते ते तुरन वाला हाँ। हुण पीछे लाग चली वाली कहंदे मेरी अवस्था है। चलो जिस रस्ते तुसी जाओगे, जिस मार्ग तुसी जाओगे, मैं तुहाडा सेवक, मैं तुहाडे मगर चलांगा। हाँ जी। तुम करुणा ते पिखे स्थाना, ना तो हमसे जंतन कह जाना। ये तो तुहाडी किरपा होई है कि इन्नियां थावां दे दर्शन हो गए, नहीं तो मेरे वर्गे गरीब नूं
ਕਿਹਨੇ ਲੈ ਕੇ ਜਾਣਾ ਸੀ, ਕਿੱਥੇ ਲੈ ਕੇ ਜਾਣਾ ਸੀ, ਕਿਹੜੀ ਥਾਂ ਸੀ ਜਿੱਥੋਂ ਦੇ ਮੈਂ ਦਰਸ਼ਨ ਕਰ ਸਕਣੇ ਸੀ। ਇਸ ਪ੍ਰਕਾਰ ਬੋਲਤ ਬੇਗਸਾਏ, ਤਤ ਸੈਨ ਜੰਮੂਪੁਰ ਮੈਂ ਆਏ। ਫਿਰ ਸਤਿਗੁਰੂ ਜੀ ਨੇ ਪਹਾੜਾਂ ਤੋਂ ਜਿੱਥੇ ਪ੍ਰਵੇਸ਼ ਕੀਤਾ ਹੈ, ਉਹ ਹੈ ਜਿਹਨੂੰ ਅੱਜ ਆਪਾਂ ਜੰਮੂ ਸ਼ਹਿਰ ਕਹਿੰਦੇ ਆ। ਜੰਮੂ ਕਸ਼ਮੀਰ ਇੱਕ ਰਿਆਸਤ ਵੀ ਅੱਜ ਦੀ ਤਰੀਕ ਵਿੱਚ। ਇੱਕ ਵੇਲਾ ਸੀ ਕਿ ਜੰਮੂ ਸਿਆਲਕੋਟ ਦੀ ਰਾਜਧਾਨੀ ਵੀ ਰਹੀ ਹੈ। ਸਤਿਗੁਰੂ ਜੀ ਜੰਮੂ ਪਹੁੰਚੇ ਨੇ। ਭਿਖ ਰਮਣੀਕ ਥਾਨ ਤਹ ਏਕੋ, ਬੈਠ ਗਏ ਤਬ ਜਲਦ ਵਿਵੇਕੋ। ਇੱਕ ਬੜੀ ਸੁੰਦਰ ਥਾਂ ਸਤਿਗੁਰਾਂ ਨੇ ਵੇਖੀ ਹੈ, ਰਮਣੀਕ। ਉੱਥੇ ਸਤਿਗੁਰੂ ਜੀ ਨੇ ਆਪਣਾ ਆਸਣ ਕੀਤਾ ਹੈ, ਉੱਥੇ ਸਤਿਗੁਰੂ ਸਮਾਧੀ ਲਾ ਕੇ ਬੈਠੇ ਨੇ। ਹਾਂਜੀ। ਸ੍ਰੀ ਅੰਗਦ ਸੁਣ ਕਥਾ ਮਹਾਨੀ, ਮੁਝ ਸੋਂ ਬੋਲਤ ਭੇ ਅਸਬਾਣੀ। ਹੇ ਗੁਰੂ ਅੰਗਦ ਸਾਹਿਬ, ਅਗਲੀ ਕਥਾ ਸੁਣੋ। ਇਹ ਜ਼ਰੂਰ ਚੇਤੇ ਵਿੱਚ ਰੱਖਣਾ ਕਿ ਇਹ ਕਥਾ ਗੁਰੂ ਨਾਨਕ ਸਾਹਿਬ ਦੀ ਕਥਾ, ਜਿਹੜੀ ਅੱਜ ਆਪਾਂ ਇੱਥੇ ਬਹਿ ਕੇ ਸੁਣ ਰਹੇ ਹਾਂ। ਕਿਸੇ ਵੇਲੇ ਇਹ ਕਥਾ ਜਿਹੜੀ ਹੈ, ਇਹ ਗੁਰੂ ਅੰਗਦ ਸਾਹਿਬ ਮਹਾਰਾਜ ਨੇ ਖਡੂਰ ਸਾਹਿਬ ਸੁਣੀ ਸੀ। ਰੋਜ਼ ਦਰਬਾਰ ਲੱਗਦਾ ਸੀ, ਸੰਗਤ ਜੁੜਦੀ ਸੀ। ਉੱਥੇ ਭਾਈ ਬਾਲੇ ਦੇ ਕੋਲੋਂ ਇਹ ਸਾਰੀ ਕਥਾ ਸੁਣੀ ਜਾਂਦੀ ਸੀ। ਤੋ ਇੱਥੇ ਵੀ ਬੇਨਤੀ ਹੈ, ਹੇ ਗੁਰੂ ਅੰਗਦ ਸਾਹਿਬ, ਅਗਲੀ ਕਥਾ ਆਪ ਜੀ ਸੁਣੋ। ਹਾਂਜੀ। ਜਾਮਵੰਤ ਪਾਲਕ ਜੋ ਭਾਰੀ, ਤਿਹ ਕੇ ਨਾਮ ਸੋ ਨਗਰ ਉਚਾਰੀ। ਆਖਿਆ, ਹੇ ਮਹਾਰਾਜ, ਇੱਥੇ ਇੱਕ ਰਿਛ ਰਹਿੰਦਾ ਸੀ, ਪਾਲਕ, ਪਰ ਉਹ ਜਾਮਵੰਤ, ਇਹ ਉਹਦਾ ਨਾਂ ਸੀ। ਹੈ ਰਿਛ ਸੀ, ਪਰ ਉਹਦਾ ਨਾਂ ਸੀ ਜਾਮਵੰਤ। ਔਰ ਇਹ ਕਹਿੰਦੇ ਨੇ ਕਿ ਉਹਦੇ ਵਿੱਚ ਬੜੀ ਤਾਕਤ ਸੀ, ਬਹੁਤ ਵੱਡੀ ਸ਼ਕਤੀ ਦਾ ਉਹ ਮਾਲਕ ਸੀ। ਇਹ ਪਾਲਕ, ਇਹ ਰਿਛ, ਜਿਹਨੂੰ ਜਾਮਵੰਤ ਕਰਕੇ ਇਤਿਹਾਸ ਵਿੱਚ ਲਿਖਿਆ। ਬੜੀ ਗੁਫਾ ਜਿਸ ਮੈਂ ਤਿਸ ਬਾਸਾ, ਚਿਰੰਕਾਲ ਜੀਵਿਓ ਬਲ ਰਾਸਾ। ਇੱਥੇ ਉਹਦੀ ਬਹੁਤ ਵੱਡੀ ਗੁਫਾ ਅੱਜ ਵੀ ਜੰਮੂ ਵਿੱਚ ਹੈ, ਜਾਂ ਇਉਂ ਕਹਿ ਲਈਏ ਉਹਦੇ ਨਾਂ ਤੇ ਜੰਮੂ ਬਣਿਆ। ਜਦੋਂ ਗੁਰੂ ਨਾਨਕ ਸਾਹਿਬ ਗਏ ਨੇ ਤੇ ਉਹਦਾ ਨਾਂ ਜਿਹੜਾ ਸੀ ਉਹ ਜੰਮੂ ਹੀ ਸੀ, ਪਰ ਇਹ ਨਾਂ ਇਸ ਨਗਰ ਦਾ ਬਣਿਆ ਕਿੱਥੋਂ? ਇਸ ਪਾਲਕ ਤੋਂ। ਅਸੀਂ ਉਹ ਜਿਹੜਾ ਕਹਿੰਦੇ ਨਾ ਜੰਮੂ ਤਵੀ, ਤਵੀ ਉਹ ਨਦੀ ਤੋਂ ਲੈ ਲਿਆ, ਪਰ ਜੰਮੂ ਕਿੱਥੋਂ ਆਇਆ? ਜੰਮੂ ਜਾਮਵੰਤ ਉਸ ਰਿਛ ਤੋਂ ਆਇਆ, ਪਾਲਕ ਤੋਂ ਆਇਆ। ਅੱਜ ਵੀ ਉਹਦੀ ਬਹੁਤ ਵੱਡੀ ਗੁਫਾ ਜੰਮੂ ਦੇ ਵਿੱਚ ਹੈਗੀ ਹੈ। ਚਿਰੰਕਾਲ ਜੀਵਿਓ ਬਲ ਰਾਸਾ, ਕਹਿੰਦੇ ਇਹਦੀ ਉਮਰ ਵੀ ਬੜੀ ਲੰਬੀ ਹੋਈ, ਔਰ ਇਹਦੇ ਵਿੱਚ ਤਾਕਤ ਵੀ ਬਹੁਤ ਸੀ। ਹਾਂਜੀ। ਜਬ ਸ੍ਰੀ ਬਾਵਨ ਜੀ ਪਾਏ, ਬਲ ਛਲਣੇ ਕੇ ਹੇਤ। ਇਹ ਕਦੋਂ ਤੋਂ ਹੈ? ਜਦੋਂ ਕਹਿੰਦੇ ਪਰਮਾਤਮਾ ਨੇ ਆਪਣਾ 52 ਰੂਪ ਧਾਰਨ ਕੀਤਾ ਸੀ, ਉਹਨਾਂ ਨੇ ਬਲ ਛਲਣੇ ਕੇ ਹੇਤ। ਹਾਂਜੀ। ਤੀਨ ਲੋਕ ਦੁਐ ਕਰਮ ਕਰ, ਮਾਪੇ ਕਿਰਪਾ ਨਿਕੇਤ। ਤਾਂ ਫਿਰ ਕੀ ਕੀਤਾ? 3 ਲੋਕਾਂ ਨੂੰ 2 ਕਰਮਾਂ ਦੇ ਨਾਲ ਮਿਣ ਲਿਆ, ਤੇ ਸਾਰੀ ਧਰਤੀ ਜਿਹੜੀ ਸੀ ਉਹ ਆਪਣੇ ਵਾਸਤੇ ਲੈ ਲਈ। ਆਖਿਆ ਸੀ ਨਾ ਵੀ ਭਾਈ ਮੈਨੂੰ ਇੰਨੀ ਕੁ ਧਰਤੀ ਚਾਹੀਦੀ ਹੈ, ਉਹ ਕਹਿਣ ਲੱਗਾ ਜੀ ਲੈ ਲਓ, ਪਰ ਉਹ
ਕਰਮਾਂ ਹੀ ਇੰਨੀਆਂ ਵੱਡੀਆਂ ਹੋ ਗਈਆਂ ਵੀ ਸਾਰੀ ਧਰਤੀ ਉਹਦੇ ਵਿੱਚ ਆ ਗਈ। ਹਾਂਜੀ 2100 ਐਨ ਪ੍ਰਦਛਨ ਦੇਨੇ, ਏਕ ਮਹੂਰਤ ਮਹਿ ਕਰ ਲੀਨੀ। ਇਸ ਜਾਮਵੰਤ ਭਾਲਕ ਨੇ, ਰਿਛ ਨੇ ਉਸ 52 ਰੂਪ ਦੀਆਂ 21 ਪ੍ਰਕਰਮਾਂ ਕੀਤੀਆਂ ਸੀ। ਜਿਹੜਾ ਅਵਤਾਰ ਸੀ ਨਾ 52, ਜਿਹਨੇ 2 ਕਰਮਾਂ ਦੇ ਨਾਲ ਧਰਤੀ ਮਿਲ ਲਈ ਸੀ, ਇਸ ਨੇ ਉਹਦੀਆਂ 21 ਪ੍ਰਕਰਮਾਂ ਕੀਤੀਆਂ। ਤੇ ਸਮਾਂ ਕਿੰਨਾ ਲਾਇਆ? 1 ਮਹੂਰਤ, 1 ਘੜੀ ਵਿੱਚ। ਬਹੁਤ ਥੋੜੇ ਜਿਹੇ ਸਮੇਂ ਦੇ ਵਿੱਚ ਇਹਨੇ ਉਸ ਦੀਆਂ 21 ਪ੍ਰਕਰਮਾਂ ਕਰ ਲਈਆਂ ਸੀ। ਹਾਂਜੀ ਮਹਾਬਲੀ ਸੋ ਬੇਗ ਬੜ ਜਾਮੈ, ਏ ਤੋ ਬਲ ਕਹੀਐ ਕਹੋ ਕਾਮੈ। ਦੁਬਾਰਾ ਪੜ੍ਹੋ। ਮਹਾਬਲੀ ਸੋ ਬੇਗ ਬੜ ਜਾਮੈ, ਏ ਤੋ ਬਲ ਕਹੀਐ ਕਹੋ ਕਾਮੈ। ਇਹ ਬਹੁਤ ਵੱਡਾ ਮਹਾਬਲੀ ਹੋਇਆ ਔਰ ਇਹਦੇ ਵਿੱਚ ਵੇਗ ਵੀ ਬਹੁਤ ਸੀ, ਬਹੁਤ ਤੇਜ਼ ਰਫ਼ਤਾਰ ਚੱਲਦਾ ਸੀ ਇਹ, ਤਾਕਤ ਬੜੀ ਸੀ ਇਹਦੇ ਵਿੱਚ। ਇਹ ਤੋਂ ਬਲ ਕਹੀ ਹੈ ਕਹੋ ਕੰਮ ਹੈ, ਕਹਿੰਦੇ ਇੰਨੀ ਤਾਕਤ ਕਿਸੇ ਹੋਰ ਵਿੱਚ ਹੋਈ ਨਹੀਂ ਜਿੰਨੀ ਤਾਕਤ ਦਾ ਮਾਲਕ ਇਹ ਜਾਮਵੰਤ, ਇਹ ਭਾਲਕ ਸੀ। ਹਾਂਜੀ ਪੁਨ ਸ੍ਰੀ ਰਾਮਚੰਦ ਜਗ ਹੋਏ, ਜਿਨ ਨਿਜ ਭਗਤਨ ਕੇ ਦੁਖ ਖੋਏ। ਜਦੋਂ ਸ਼੍ਰੀ ਰਾਮਚੰਦਰ ਜੀ ਧਰਤੀ ਤੇ ਆਏ, ਜਿਨ੍ਹਾਂ ਨੇ ਆ ਕੇ ਆਪਣੇ ਭਗਤਾਂ ਦੇ ਦੁੱਖ ਮਿਟਾਏ। ਹਾਂਜੀ ਤਿਨ ਕੇ ਸੰਗ ਲੰਕ ਮੈਂ ਗਇਓ, ਅਦਕ ਜੁਧ ਤਹਿ ਹੋਵਤ ਭਇਓ। ਇਹ ਜਾਮਵੰਤ ਭਾਲਕ ਸ਼੍ਰੀ ਰਾਮਚੰਦਰ ਜੀ ਦਾ ਸੇਵਕ ਬਣ ਗਿਆ, ਤੇ ਸੇਵਕ ਵੀ ਐਸਾ ਬਣਿਆ ਵੀ ਲੰਕਾ ਨੂੰ ਸਾੜਨ, ਲੰਕਾ ਨੂੰ ਜਿੱਤਣ ਵਾਸਤੇ ਇਹ ਸ਼੍ਰੀ ਰਾਮਚੰਦਰ ਜੀ ਦੇ ਨਾਲ ਵੀ ਗਿਆ ਔਰ ਉਹਨਾਂ ਦੀ ਖਾਤਰ ਇਸ ਨੇ ਜੰਗ ਯੁੱਧ ਵੀ ਲੜੇ। ਹਾਂਜੀ ਕਰਿਓ ਪਰਾਕਰਮ ਰਣ ਮੈਂ ਭਾਰੀ, ਹੁਤੈ ਨਿਸ਼ਾਚਰ ਅਤ ਬਲਕਾਰੀ। ਇਹ ਬਹੁਤ ਤਾਕਤ ਵਾਲਾ ਸੀ, ਇਹਨੇ ਉੱਥੇ ਬੜਾ ਪਰਾਕਰਮ ਕੀਤਾ, ਬੜੀ ਬਹਾਦਰੀ ਕੀਤੀ। ਹੋਤੇ ਨਿਸ਼ਾਚਰ ਅਤ ਬਲਕਾਰੀ, ਕਿਉਂਕਿ ਰਾਵਣ ਵਾਲੇ ਪਾਸੇ ਬੜੇ ਬੜੇ ਵੱਡੇ ਦੈਂਤ ਸੀ, ਉਹਨਾਂ ਦਾ ਵੱਧ ਫਿਰ ਇਸ ਜਾਮਵੰਤ ਨੇ ਕੀਤਾ। ਹਾਂਜੀ ਦੁਆਪਰ ਭਏ ਕ੍ਰਿਸ਼ਨ ਅਵਤਾਰਾ, ਤਰਨੀ ਹੈਤ ਨਿਵਾਰਨ ਪਾਰਾ। ਦੁਆਪਰ ਭੈ ਕ੍ਰਿਸ਼ਨ ਅਵਤਾਰਾ, ਸ਼੍ਰੀ ਰਾਮਚੰਦਰ ਜੀ ਦੇ ਸੇਵਾ ਦੇ ਵਿੱਚ ਵੀ ਇਹਨੇ ਸਮਾਂ ਗੁਜ਼ਾਰਿਆ। ਉਹ ਚਲੇ ਗਏ, ਅਗਲਾ ਯੁੱਗ ਬਦਲਿਆ, ਸ਼੍ਰੀ ਕ੍ਰਿਸ਼ਨ ਜੀ ਆ ਗਏ। ਦੁਆਪਰ ਭੈ ਕ੍ਰਿਸ਼ਨ ਅਵਤਾਰਾ, ਧਰਣੀ ਹੇਤ ਨਿਵਾਰਨ ਭਾਰਾ। ਉਹਨਾਂ ਨੇ ਵੀ ਅਵਤਾਰ ਧਾਰਿਆ ਕਿ ਧਰਤੀ ਦਾ ਜਿਹੜਾ ਭਾਰ ਹੈ, ਧਰਤੀ ਦੇ ਜੀਵਾਂ ਤੇ, ਧਰਤੀ ਦੇ ਉੱਤੇ ਜਿਹੜੇ ਜੀਵ ਪਾਪ ਕਰਮ ਕਰਦੇ ਨੇ ਉਹਨਾਂ ਦੇ ਪਾਪ ਨੂੰ ਨਿਵਾਰਿਆ ਜਾਏ। ਵੇਖੋ ਇੱਕ ਗੱਲ ਸਾਰੇ ਧਰਮਾਂ ਨੇ ਮੰਨੀ ਹੈ ਕਿ ਜਿਹੜੀ ਧਰਤੀ ਹੈ ਇਹਨੂੰ ਸਾਡਾ ਕੋਈ ਭਾਰ ਨਹੀਂ ਹੈ, ਤੇ ਭਾਰੀ ਭੋਏ ਅਕ੍ਰਿਤ ਘਣ ਮੰਦੀ ਹੂੰ ਮੰਦੇ। ਅਗਰ ਇਸ ਧਰਤੀ ਨੂੰ ਕੋਈ ਭਾਰ ਹੈ ਤਾਂ ਉਹ ਸਾਡੇ ਪਾਪੀ ਮਨੁੱਖਾਂ ਦਾ ਹੈ। ਧਰਮੀ ਮਨੁੱਖ ਦਾ ਇਹਨਾਂ ਨੂੰ ਧਰਤੀ ਨੂੰ ਕੋਈ ਭਾਰ ਨਹੀਂ ਹੈ। ਲੱਖ ਪਹਾੜ ਹੋਣ ਕੋਈ ਭਾਰੇ ਨਹੀਂ, ਦਰਿਆ ਸਮੁੰਦਰ ਵਗਦੇ ਨੇ, ਧਰਤੀ ਨੂੰ ਕੋਈ ਭਾਰ ਨਹੀਂ। ਅਰਬਾਂ ਖਰਬਾਂ ਜੀਵ ਤੁਰੇ ਫਿਰਦੇ ਨੇ ਧਰਤੀ ਤੇ, ਕੋਈ ਭਾਰ ਨਹੀਂ। ਵੇਖੋ 600 ਕਰੋੜ ਤੋਂ ਵੱਧ ਤੇ ਆਪਾਂ ਬੰਦੇ ਹੀ ਗਿਣਦੇ ਆ ਦੁਨੀਆ ਵਿੱਚ, ਤੇ 600 ਕਰੋੜ ਦਾ ਮਤਲਬ ਕਿ 6 ਅਰਬ ਤੋਂ ਜ਼ਿਆਦਾ ਤੇ ਮਨੁੱਖ ਹੀ ਨੇ। ਜਾਨਵਰ ਪੰਛੀ ਕਿੰਨੇ ਨੇ, ਬਨਸਪਤੀ ਕਿੰਨੀ ਹੈ, ਪੇੜ ਪੌਦੇ ਕਿੰਨੇ ਨੇ, ਧਰਤੀ ਨੂੰ ਕੋਈ ਭਾਰ ਨਹੀਂ ਹੈ।
ਧਰਤੀ ਨੂੰ ਭਾਰ ਪਾਪੀਆਂ ਦਾ ਹੈ। ਇਸ ਪਾਪਾਂ ਦੇ ਭਾਰ ਨੂੰ ਮਿਟਾਉਣ ਵਾਸਤੇ ਸ਼੍ਰੀ ਕ੍ਰਿਸ਼ਨ ਆਏ। ਹਾਂਜੀ, ਮਨ ਖੋਜਨ ਹਿਤ ਚਲ ਕੈ ਆਏ, ਜਾਮਵੰਤ ਦੇਖਿਓ ਇਹ ਥਾਏ। ਇਹ ਮਣੀ ਨੂੰ ਲੱਭਣ ਵਾਸਤੇ ਚੜੇ ਸ਼੍ਰੀ ਕ੍ਰਿਸ਼ਨ ਜੀ। ਜਾਮਵੰਤ ਦੇਖਿਓ ਇਹ ਥਾਏ। ਜਦੋਂ ਸ਼੍ਰੀ ਕ੍ਰਿਸ਼ਨ ਜੀ ਜੰਮੂ ਗਏ ਤੇ ਉਹਨਾਂ ਨੇ ਕੀ ਵੇਖਿਆ ਕਿ ਮਣੀ ਤਾਂ ਮਿਲੀ ਨਹੀਂ, ਪਰ ਉੱਥੇ ਜਾਮਵੰਤ ਸੀ। ਇਹ ਭਾਲਕ ਸੀ, ਰਿਸ਼ ਸੀ, ਬਹੁਤ ਵੱਡਾ ਬਲੀ ਸੀ, ਬਹਾਦਰ ਸੀ। ਹਾਂਜੀ, ਲੱਗੇ ਕਰਨ ਮਿਲ ਕੈ ਸੰਗਰਾਮਾ, ਦੁੰਦ ਯੁੱਧ ਅਤਿਸ਼ੈ ਬਲ ਧਾਮਾ। ਫਿਰ ਇੱਥੇ ਸ਼੍ਰੀ ਕ੍ਰਿਸ਼ਨ ਜੀ ਦਾ ਤੇ ਇਸ ਭਾਲਕ ਜਾਮਵੰਤ ਦਾ ਆਪਸ ਦੇ ਵਿੱਚ ਯੁੱਧ ਹੋਇਆ। ਬਹੁਤ ਵੱਡਾ ਸੰਗਰਾਮ ਹੋਇਆ, ਬੜੀ ਵੱਡੀ ਭਿਆਨਕ ਆਪਸ ਵਿੱਚ ਜੰਗ ਹੋਈ। ਹਾਂਜੀ, ਨਹੀਂ ਪਰਾਜੈ ਕਿਸ ਦਿਸ਼ ਹੋਈ, ਦਿਵਸ ਅਸ਼ਟ ਬਿਸੰਤ ਪਟ ਜੋਈ। ਕੋਈ ਨਾ ਜਿੱਤ ਸਕਿਆ, ਨਾ ਹੀ ਕੋਈ ਇਹਨਾਂ ਵਿੱਚੋਂ ਹਾਰਿਆ। ਤੇ ਜੰਗ ਹੁੰਦਿਆਂ ਕਿੰਨੇ ਦਿਨ ਹੋ ਗਏ? 28 ਦਿਨ। ਉਦੋਂ ਇੱਕ ਮਰਿਆਦਾ ਹੁੰਦੀ ਸੀ ਕਿ ਜਦੋਂ ਸੂਰਜ ਚੜ੍ਹਦਾ ਸੀ ਤੇ ਜੰਗ ਸ਼ੁਰੂ ਹੁੰਦੀ ਸੀ, ਜਦੋਂ ਸੂਰਜ ਡੁੱਬਦਾ ਸੀ ਤੇ ਜੰਗ ਮੁੱਕ ਜਾਂਦੀ ਸੀ। ਜੰਗ ਜਿਹੜੀ ਸੀ ਉਹ ਸਮਾਪਤ ਹੋ ਜਾਂਦੀ ਸੀ। ਸ਼ਾਇਦ ਕਈ ਸੋਚਦੇ ਹੋਣਗੇ ਵੀ ਦਿਨ ਰਾਤ ਹੀ ਲੜੀ ਜਾਂਦੇ ਹੋਣਗੇ, ਨਹੀਂ। ਇਸ ਤਰ੍ਹਾਂ 28 ਦਿਨ ਹੋ ਗਏ ਆਪਸ ਵਿੱਚ ਜੰਗ ਹੁੰਦਿਆਂ, ਆਪਸ ਵਿੱਚ ਦੁੰਦ ਹੁੰਦਿਆਂ। ਹਾਂਜੀ, ਲਰਤੇ ਹੋ ਜਬੈ ਵਿਜੇ ਨ ਪਾਵਾ, ਰਾਮ ਵੇਖ ਸ਼੍ਰੀ ਕ੍ਰਿਸ਼ਨ ਬਨਾਵਾ। ਜਦੋਂ ਕ੍ਰਿਸ਼ਨ ਜੀ ਨੂੰ ਪਤਾ ਲੱਗਿਆ ਵੀ ਮੈਂ ਇਹਨੂੰ ਜਿੱਤ ਨਹੀਂ ਪਾ ਰਿਹਾ, ਤਾਂ ਉਹਨਾਂ ਨੇ ਕੀ ਕੀਤਾ? ਕਹਿੰਦੇ ਆਪਣਾ ਰੂਪ ਵਟਾ ਲਿਆ। ਇਹਨਾਂ ਨੇ ਆਪਣਾ ਰੂਪ ਵਟਾ ਲਿਆ ਕ੍ਰਿਸ਼ਨ ਜੀ ਨੇ। ਜਦੋਂ ਜਾਮਵੰਤ ਨੇ ਸਾਹਮਣੇ ਵੇਖਿਆ ਤੇ ਹੁਣ ਇਹਦੇ ਸਾਹਮਣੇ ਕ੍ਰਿਸ਼ਨ ਜੀ ਨਹੀਂ ਸਨ, ਇਹਦੇ ਸਾਹਮਣੇ ਸ਼੍ਰੀ ਰਾਮਚੰਦਰ ਜੀ ਦਾ ਰੂਪ ਸੀ। ਹੁਣ ਇਹ ਰਾਮਚੰਦਰ ਜੀ ਦਾ ਉਪਾਸ਼ਕ ਸੀ, ਭਗਤ ਸੀ। ਹਾਂਜੀ, ਦੇਖ ਰੂਪ ਸ਼੍ਰੀ ਰਾਮ ਕੋ, ਤਤ ਛਿਨ ਪਗ ਲਪਟਾਏ। ਤਾਂ ਫਿਰ ਕੀ ਹੋਇਆ? ਇਸ ਨੇ ਸ਼ਸਤਰ ਛੱਡ ਦਿੱਤੇ, ਦੋ ਹੱਥ ਜੋੜੇ ਤੇ ਕ੍ਰਿਸ਼ਨ ਜੀ ਨੂੰ, ਜਿਹੜੇ ਸ਼੍ਰੀ ਰਾਮਚੰਦਰ ਜੀ ਦੇ ਰੂਪ ਵਿੱਚ ਖਲੋਤੇ ਸੀ ਸਾਹਮਣੇ, ਉਹਨਾਂ ਨੂੰ ਭਗਵਾਨ ਰਾਮ ਜਾਣ ਕੇ ਉਹਨਾਂ ਨੂੰ ਮੱਥਾ ਟੇਕ ਦਿੱਤਾ। ਉਹਨਾਂ ਨੂੰ ਇਸ ਨੇ ਨਮਸਕਾਰ ਕਰ ਦਿੱਤੀ। ਹਾਂਜੀ, ਮਨ ਤਨ ਜਾਦੇ ਆਪਣੀ, ਭੂਲ ਲਈ ਬਖਸ਼ਾਏ। ਤਦੋਂ ਫਿਰ ਇਸ ਨੇ ਇਹ ਜਿਹੜੀ ਇਹਦੀ ਧੀ ਸੀ ਮਣੀ, ਕਹਿੰਦੇ ਇਹ ਦਿੱਤੀ। ਇਹਦਾ ਵਿਆਹ ਸ਼੍ਰੀ ਕ੍ਰਿਸ਼ਨ ਜੀ ਨਾਲ ਕੀਤਾ ਤੇ ਆਪਣੀ ਭੁੱਲ ਬਖਸ਼ਾ ਲਈ। ਕਹਿਣ ਲੱਗਾ ਜੀ ਮੇਰੇ ਤੋਂ ਗਲਤੀ ਹੋ ਗਈ ਭਗਵਾਨ, ਕਿਉਂਕਿ ਮੈਂ ਤੇ ਰਾਮਚੰਦਰ ਜੀ ਦਾ ਸੇਵਕ ਹਾਂ, ਤਾਂ ਮੈਂ ਆਪਣੇ ਇਸ਼ਟ ਨਾਲ, ਆਪਣੇ ਭਗਵਾਨ ਨਾਲ ਕਿਵੇਂ ਜੰਗ ਲੜ ਸਕਦਾ? ਮੇਰੇ ਕੋਲੋਂ ਭੁੱਲ ਹੋ ਗਈ। ਪਰ ਇੱਥੇ ਇਤਿਹਾਸ ਦੱਸਦਾ ਹੈ ਕਿ ਸ਼੍ਰੀ ਕ੍ਰਿਸ਼ਨ ਜੀ ਜਿੱਤ ਨਹੀਂ ਸਕੇ, ਤਾਂ ਫਿਰ ਉਹਨਾਂ ਨੂੰ ਜਿਵੇਂ ਬਾਵਨ ਰੂਪ ਦੇ ਵਿੱਚ ਛਲ ਕੀਤਾ ਗਿਆ, ਇੱਕ ਤਰ੍ਹਾਂ ਦਾ ਛਲ ਕਰਨਾ ਪਿਆ ਕਿ ਸ਼੍ਰੀ ਰਾਮਚੰਦਰ ਜੀ ਦਾ ਰੂਪ ਵਟਾ ਕੇ ਫਿਰ ਉਹਨੇ ਜੰਗ ਜਿੱਤੀ ਹੈ। ਹਾਂਜੀ, ਤਬ ਸ਼੍ਰੀ ਕ੍ਰਿਸ਼ਨ ਦਵਾਰਕਾ ਗਇਓ, ਜਾਮਵੰਤ ਤੇ ਜੰਮੂ ਭਇਓ। ਸ਼੍ਰੀ ਕ੍ਰਿਸ਼ਨ ਜੀ ਮਣੀ ਨੂੰ ਲੈ ਕੇ ਦਵਾਰਕਾ ਆ ਗਏ ਤੇ ਇਸ ਜਾਮਵੰਤ ਦੇ ਨਾਂ ਤੋਂ ਜੰਮੂ ਸ਼ਹਿਰ ਜਿਹੜਾ ਸੀ ਉਹ ਵਿਦਤ ਹੋ ਗਿਆ, ਪ੍ਰਗਟ ਹੋ ਗਿਆ। ਹਾਂਜੀ, ਇਸ ਬਿਦ ਕਰਤਿਓ ਬਚਨ ਬਿਲਾਸਾ, ਦਿਵਸ ਬਿਤਾਏ ਦਵੈ ਸੁਖ ਰਾਸਾ। ਇਸ ਤਰ੍ਹਾਂ ਗੱਲਾਂ ਆਪਸ ਵਿੱਚ ਕਰਦਿਆਂ, ਬਚਨ ਬਿਲਾਸ ਕਰਦਿਆਂ, ਸਤਿਗੁਰੂ ਦੇ ਭਾਈ ਮਰਦਾਨਾ ਜੀ ਹੋਰਾਂ ਦੇ ਨਾਲ ਕਹਿੰਦੇ 2 ਦਿਨ ਬਤੀਤ ਹੋ ਗਏ। 2 ਦਿਨ ਦਾ ਸਮਾਂ ਚਲਾ ਗਿਆ। ਹਾਂਜੀ,
ਗੁਰ ਮਿਲ ਕੇਤਕ ਨਰ ਹਰ ਖਾਏ, ਜਾਏ ਭੂਪ ਟਿਗ ਬੈਨ ਸੁਣਾਏ। ਇੱਥੇ ਲੋਕ ਆਉਂਦੇ ਨੇ, ਉਹ ਆ ਕੇ ਗੁਰੂ ਜੀ ਦੇ ਦਰਸ਼ਨ ਕਰਦੇ ਨੇ, ਉਹ ਆ ਕੇ ਗੁਰੂ ਜੀ ਨੂੰ ਮੱਥਾ ਟੇਕਦੇ ਨੇ। ਇਹਨਾਂ ਲੋਕਾਂ ਨੇ ਜਾ ਕੇ ਆਪਣੇ ਰਾਜੇ ਨੂੰ ਦੱਸਿਆ, ਜਿਹੜਾ ਜੰਮੂ ਦਾ ਰਾਜਾ ਸੀ, ਕਿਸ ਤਰ੍ਹਾਂ ਗੁਰੂ ਨਾਨਕ ਆਏ ਨੇ, ਰੱਬੀ ਅਵਤਾਰ ਜਿਹੜੇ ਨੇ ਉਹ ਸਾਡੇ ਦੇਸ਼ ਵਿੱਚ ਆਏ ਨੇ। ਹਾਂਜੀ, ਵਹਿਰ ਤਪਾ ਸ਼੍ਰੀ ਨਾਨਕ ਆਵਾ, ਜਿਸ ਕੋ ਜਸ ਜਗ ਮੈਂ ਬਹੁ ਛਾਵਾ। ਆਪਣੇ ਸ਼ਹਿਰ ਦੇ ਬਾਹਰ ਨਾਨਕ ਤੱਪਾ ਜੀ ਆਏ ਨੇ। ਇਹ ਕੌਣ ਨੇ? ਕਹਿੰਦੇ ਜਿਨ੍ਹਾਂ ਦਾ ਜਸ, ਜਿਨ੍ਹਾਂ ਦੀ ਵਡਿਆਈ ਪੂਰੇ ਜਗਤ ਵਿੱਚ ਛਾਈ ਹੋਈ ਹੈ। ਹਾਂਜੀ, ਸੁਣਤ ਨਗਰ ਪਗ ਤੂਰਨ ਧਾਇਓ, ਉੱਤਮ ਬਹੁਤ ਉਪਾਏ ਨ ਲਿਆਇਓ। ਇੱਥੋਂ ਦਾ ਜਿਹੜਾ ਰਾਜਾ ਸੀ ਉਹ ਫਿਰ ਨੰਗੇ ਪੈਰੀ ਚੱਲ ਕੇ ਆਇਆ, ਪੈਰਾਂ ਵਿੱਚ ਉਸਨੇ ਜੁੱਤੀ ਨਹੀਂ ਪਾਈ, ਨੰਗੇ ਪੈਰੀ ਤੁਰ ਕੇ ਬਹੁਤ ਸਾਰੀਆਂ ਭੇਟਾਵਾਂ ਲੈ ਕੇ ਆ ਕੇ ਸਤਿਗੁਰੂ ਜੀ ਨੂੰ ਮੱਥਾ ਟੇਕਦਾ ਹੈ। ਹਾਂਜੀ, ਦੀਨ ਹੋਏ ਪਦ ਬੰਧਨ ਕੀਨੀ, ਬਿਨੈ ਪਣੀ ਪੇਟੈ ਧਰ ਦੀਨੀ। ਬੜੀ ਦੀਨਤਾ ਨਾਲ, ਗਰੀਬੀ ਨਾਲ, ਬਹੁਤ ਅਧੀਨਗੀ ਨਾਲ ਇਸ ਨੇ ਆ ਕੇ ਮੱਥਾ ਟੇਕਿਆ। ਬੜੇ ਅਦਬ ਨਾਲ ਇਹਨੇ ਆ ਕੇ ਭੇਟਾਵਾਂ ਗੁਰੂ ਜੀ ਦੇ ਚਰਨਾਂ ਵਿੱਚ ਭੇਟ ਕੀਤੀਆਂ। ਪੂਰਨ ਸ੍ਰੀ ਸਤਿਗੁਰ ਤੁਹੀ, ਦੀਜੈ ਨਿਜ ਉਪਦੇਸ਼। ਨਾਲ ਬੇਨਤੀ ਕੀਤੀ, ਆਖਿਆ ਹੈ ਗੁਰੂ ਨਾਨਕ ਤੁਸੀਂ ਪੂਰਨ ਹੋ, ਤੁਸੀਂ ਹੀ ਸਭ ਕੁਝ ਹੋ, ਉਪਦੇਸ਼ ਦਿਓ, ਕੋਈ ਗਿਆਨ ਸਿੱਖਿਆ ਦਿਓ। ਅੱਜ ਤੁਸੀਂ ਵੇਖੋ ਕਿ ਤੁਹਾਡੇ ਬੱਚੇ ਬਾਹਰਲੇ ਮੁਲਕਾਂ ਤੱਕ ਜਾਂਦੇ ਨੇ, ਔਰ ਤਕਰੀਬਨ ਇੱਕ ਬੱਚਾ 14-15 ਲੱਖ ਤੋਂ ਲੈ ਕੇ 20-25 ਲੱਖ ਰੁਪਈਆ ਖਰਚ ਕਰਦਾ। ਕੀ ਲੈਣ ਜਾਂਦਾ ਹੈ? ਉਪਦੇਸ਼। ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ ਵਿੱਚੋਂ ਕੀ ਮਿਲਦਾ ਹੈ ਬਾਹਰ? ਕੀ ਫਰਿੱਜਾਂ ਮਿਲਦੀਆਂ ਨੇ, ਟੀਵੀ ਮਿਲਦੇ ਨੇ, ਮੋਬਾਈਲ ਫੋਨ ਮਿਲਦੇ ਨੇ? ਕੀ ਉੱਥੋਂ ਕੋਈ ਹੋਰ ਇਲੈਕਟ੍ਰੋਨਿਕ ਕੋਈ ਮਸ਼ੀਨਰੀ ਮਿਲਦੀ ਹੈ? ਕੋਈ ਦੁਨੀਆ ਦੀ ਹੋਰ ਕੋਈ ਧਨ ਦੌਲਤ, ਕੋਈ ਪਦਾਰਥ ਮਿਲਦੇ ਨੇ? ਤੁਸੀਂ ਕਹੋਗੇ ਜੀ ਨਹੀਂ। ਫਿਰ ਕੀ ਮਿਲਦਾ ਹੈ? ਉੱਥੋਂ ਗਿਆਨ ਮਿਲਦਾ ਹੈ, ਉੱਥੋਂ ਅਕਲ ਮਿਲਦੀ ਹੈ। ਔਰ ਉਹ ਅਕਲ ਜਿਹਦਾ ਦੁਨੀਆ ਦੇ ਵਿੱਚ ਫਿਰ ਪੈਕੇਜ ਦੇ ਰੂਪ ਵਿੱਚ ਮੁੱਲ ਪੈਂਦਾ ਹੈ। ਹਜ਼ਾਰਾਂ ਡਾਲਰਾਂ ਤੋਂ ਸ਼ੁਰੂ ਹੁੰਦਾ ਹੈ, ਲੱਖਾਂ ਡਾਲਰਾਂ ਤੱਕ ਪਹੁੰਚ ਜਾਂਦਾ ਹੈ। ਲੱਖਾਂ ਡਾਲਰਾਂ ਤੱਕ। ਅੱਜ ਵੀ ਇੰਡੀਆ ਦੇ ਵਿੱਚ ਵੀ 5, 10, 15, 20 ਲੱਖ ਰੁਪਈਆ ਮਹੀਨੇ ਦੀ ਤਨਖਾਹ ਲੈਣ ਵਾਲੇ ਆਮ ਲੋਕ ਹੈਗੇ ਨੇ। ਪਿਛਲੇ ਦਿਨੀ ਮੇਰੇ ਇੱਕ ਦੋਸਤ ਆਏ, ਕਹਿਣ ਲੱਗੇ ਇੱਕ ਡਿਸਪਿਊਟ ਹੈ। ਮੈਂ ਕਾਹਦਾ? ਕਹਿੰਦੇ ਸਾਡੇ ਮੁਲਾਜ਼ਮ ਦਾ। ਮੈਂ ਕੀ? ਜਦੋਂ ਨਾ ਦੱਸਿਆ ਤੇ ਅਗਲੀ ਗੱਲ ਸੁਣ ਕੇ ਮੈਂ ਹੈਰਾਨ ਹੋ ਗਿਆ। ਕਹਿੰਦੇ ਜੀ 1.25 ਲੱਖ ਰੁਪਈਆ ਉਹਦੀ ਤਨਖਾਹ ਹੈ, ਪ੍ਰਾਈਵੇਟ। ਇੱਕ ਮਹੀਨੇ ਦੀ ਤਨਖਾਹ ਹੀ ਉਹਦੀ 2.25 ਲੱਖ ਹੈ। ਪਰ ਇਹ ਸਾਰਾ ਕੁਝ ਉਹਨੂੰ ਕਿੱਥੋਂ ਮਿਲਿਆ? ਸਕੂਲਾਂ ਕਾਲਜਾਂ ਤੋਂ ਮਿਲਿਆ। ਹੁਣ ਅਸੀਂ ਗੁਰਦੁਆਰੇ ਉਪਦੇਸ਼ ਲੈਣ ਨਹੀਂ ਆਉਂਦੇ, ਗਿਆਨ ਲੈਣ ਨਹੀਂ ਆਉਂਦੇ। ਕਈ ਤੇ ਹੱਦ ਹੁੰਦੀ, ਉਹ ਤੇ ਇਦਾਂ ਕਰਦੇ ਨੇ, ਉਹ ਇਦਾਂ ਨਾ ਝੱਗਾ ਚੁੱਕ ਲੈਂਦੇ ਨੇ। ਚਲੋ ਜਿਹਦਾ ਤੇ ਝੱਗਾ ਕੁੜਤਾ ਲੰਬਾ ਉਹਦਾ ਕੰਮ ਤੇ ਚੱਲ ਜਾਂਦਾ ਹੈ, ਤੇ ਜਿਹਦਾ ਕੁੜਤਾ ਛੋਟਾ ਤੇ ਢਿੱਡ ਵੱਡਾ ਹੈ ਉਹਦੇ ਤਾਬਿਆ ਬਹਿ ਕੇ ਹੱਸੀ ਜਾਈਦਾ ਵੀ ਕਰੀ ਕੀ ਜਾਂਦਾ ਹੈ। ਢਿੱਡੋਂ ਨਿਗਾਹ ਵਧਾਇਆ ਹੁੰਦਾ, ਝੱਗਾ ਉਹਨੇ ਤਾਂ ਚੁੱਕ ਲਿਆ ਹੁੰਦਾ। ਆਪਾਂ ਵੀ ਗੁਰੂ ਕੋਲੋਂ ਉਪਦੇਸ਼ ਲਈਏ, ਗੁਰੂ ਕੋਲੋਂ ਗਿਆਨ ਲਈਏ, ਗੁਰੂ ਕੋਲ ਆ ਕੇ ਬੇਨਤੀ ਕਰੀਏ ਕਿ ਸਾ ਮਤ ਦੇਹੋ ਦਇਆਲ ਪ੍ਰਭ ਜਿਤ ਤੁਮੈ ਅਰਾਧਾ। ਜਦੋਂ ਇੱਥੇ ਆਉਨੇ ਹੋ ਨਾ, ਇੱਕ ਗੱਲ ਕਿਹਾ ਕਰੋ, ਵਿਣ ਤੁਧ ਹੋਰ ਜੇ ਮੰਗਣਾ
ਸਿਰ ਦੁੱਖਾਂ ਸਿਰ ਦੁੱਖਾਂ ਕੈ ਦੁੱਖ, ਦੇਹ ਨਾਮ ਸੰਤੋਖੀਆਂ, ਉਤਰੈ ਮਨ ਕੀ ਭੁੱਖ। ਮਤਲਬ ਧਰਮ ਸਥਾਨ ਤੇ ਜਾਂਦੇ ਹੋ ਤੇ ਕੋਈ ਪੜ੍ਹਨ ਪੜ੍ਹਾਉਣ ਦੀ ਲੋੜ ਨਹੀਂ, ਕੋਈ ਪਾਠ ਨਹੀਂ, ਕੋਈ ਪੂਜਾ ਨਹੀਂ, ਕੁਝ ਨਹੀਂ, ਸਿੱਧਾ ਹੀ ਦਿਓ ਜੀ ਮਾਲ ਦਿਓ ਬਾਬਾ ਜੀ, ਮਾਲ ਦੇ ਦਿਓ, ਝੋਲੀ ਭਰ ਦਿਓ ਬਾਬਾ ਜੀ। ਪਰ ਤੁਸੀਂ ਖੁਦ ਜਾਣਦੇ ਹੋ ਕਿ ਤੁਹਾਡੇ ਬੱਚੇ ਨੂੰ 20 ਸਾਲ ਲੱਗੇ ਨੇ ਮਾਲ ਇਕੱਠਾ ਕਰਨ ਦੇ ਬਰਾਬਰ ਬਣਦੇ ਆ, 25 ਸਾਲ ਵੀ ਲੱਗੇ ਨੇ। ਮੇਰੇ ਇੱਕ ਦੋਸਤ ਨੇ ਸਰ ਰਤਨ ਸਿੰਘ, ਉਹਨਾਂ ਦਾ ਬੱਚਾ ਇੰਗਲੈਂਡ ਵਿੱਚ ਸਰਦਾਰ ਹੈ। ਕਹਿੰਦੇ ਕਦੇ ਉਹਨੂੰ ਆਪਣੀ ਜ਼ਿੰਦਗੀ ਵਿੱਚ ਨੌਕਰੀ ਲਈ ਅਪਲਾਈ ਨਹੀਂ ਕਰਨਾ ਪਿਆ। ਇੱਕ ਤੋਂ ਬਾਅਦ ਦੂਜੀ ਕੰਪਨੀ ਉਹਨੂੰ ਵੱਧ ਆਫਰ ਦੇ ਕੇ ਲੈ ਜਾਂਦੀ ਹੈ ਵੀ ਸਾਡੇ ਵੱਲ ਆ ਜਾ। ਸ਼ਾਇਦ ਸਾਨੂੰ ਪਤਾ ਹੋਵੇ ਵੀ ਅੱਜ ਵੀ ਜਿਹੜਾ ਕ੍ਰੈਡਿਟ ਕਾਰਡ ਹੈ ਇਹਦਾ ਜਿਹੜਾ ਸਭ ਤੋਂ ਵੱਡਾ ਅਫਸਰ ਹੈ ਉਹ ਸਰਦਾਰ ਹੈ। ਜਿਹਨੂੰ ਤੁਸੀਂ ਮਾਸਟਰ ਕਾਰਡ ਕਹਿੰਦੇ ਹੋ, ਇਹ ਜ਼ਰੂਰੀ ਨਹੀਂ ਵੀ ਕ੍ਰੈਡਿਟ ਕਾਰਡ ਹੀ ਹੋਵੇ, ਤੁਹਾਡੇ ਏਟੀਐਮ ਕਾਰਡ ਦੇ ਵਿੱਚ ਵੀ ਮਾਸਟਰ ਦੀ ਆਪਸ਼ਨ ਹੈਗੀ ਹੈ। ਉਹ ਕੌਣ ਹੈ? ਇਸ ਟੈਕਨੋਲੋਜੀ ਨੂੰ ਜਨਮ ਦਿੱਤਾ ਕਿਸ ਨੇ ਦਿੱਤਾ? ਇਸ ਨੂੰ ਦੁਨੀਆ ਤੇ ਕਿਸ ਨੇ ਲੈ ਕੇ ਆਂਦਾ ਹੈ? ਉਹ ਇੱਕ ਸਰਦਾਰ ਜੀ ਨੇ। ਔਰ ਸਰਦਾਰ ਜੀ ਵੀ ਉਹ ਨਹੀਂ ਜਿਹੜੇ ਦਾੜੀ ਕੱਟਦੇ ਹੋਣ, ਸਭ ਸੂਰਤ ਨੇ। ਕਈਆਂ ਨੂੰ ਤੇ ਇਹ ਵੀ ਲੱਗਦਾ ਵੀ ਦਾੜੀ ਨਾਲ ਤਰੱਕੀ ਨਹੀਂ ਹੋ ਸਕਦੀ, ਸਿਰ ਦੇ ਵਾਲਾਂ ਨਾਲ ਤਰੱਕੀ ਨਹੀਂ ਹੋ ਸਕਦੀ, ਪੱਗ ਨਾਲ ਤਾਂ ਬਿਲਕੁਲ ਹੀ ਨਹੀਂ ਹੋ ਸਕਦੀ। ਉਹ ਫਿਰ ਟੋਪੀ ਪਾ ਕੇ ਸੋਚਦੇ ਨੇ ਵੀ ਸ਼ਾਇਦ ਜ਼ਿਆਦਾ ਤਰੱਕੀ ਹੋ ਜਾਏਗੀ। ਅੱਜ ਕੱਲ੍ਹ ਨਵਾਂ ਕੰਮ ਸ਼ੁਰੂ ਹੋਇਆ, ਉਹ ਪਿੱਛੇ ਜੂੜਾ ਕਰਦੇ ਨੇ, ਪਤਾ ਨਹੀਂ ਉਹਦੇ ਨਾਲ ਕੋਈ ਨਵਾਂ ਐਂਟੀਨਾ ਸੈੱਟ ਹੁੰਦਾ ਹੋਏਗਾ। ਕਈ ਉਦੋਂ ਵੀ ਗਾਹ ਟੱਪ ਗਏ, ਉਹ ਮਗਰ ਜੂੜਾ ਵੀ ਨਹੀਂ ਕਰਦੇ, ਪਿੱਛੇ ਗੁੱਤ ਕਰਦੇ ਨੇ। ਵੈਸੇ ਮੈਂ ਵੇਖੇ ਕਈ ਐਂਟੀਨੇ ਇਦਾਂ ਦੇ ਵੇਖਿਓ, ਤਾਰਾਂ ਦੀਆਂ ਤਾਂ ਨੂੰ ਛੱਡੀਆਂ ਹੁੰਦੀਆਂ ਨੇ, ਸ਼ਾਇਦ ਉਹਦੇ ਨਾਲ ਜ਼ਿਆਦਾ ਰੇਂਜ ਆਉਂਦੀ ਹੋਏਗੀ। ਇੰਨੀ ਰੋਮਾਂ ਦੀ ਬੇਅਦਬੀ ਆਪਾਂ ਕਿਵੇਂ ਕਰ ਸਕਦੇ ਆ? ਇਹ ਕੇਸ ਗੁਰੂ ਕੀ ਮੋਹਰ ਨੇ। ਮੇਰੀਓ ਭੈਣੋ, ਰੱਬ ਨੇ ਤੁਹਾਨੂੰ ਇਹ ਖਿਲਾਰਨ ਵਾਸਤੇ ਨਹੀਂ ਦਿੱਤੇ। ਇਹਨਾਂ ਦਾ ਅਦਬ ਕਰੋ, ਇਹਨਾਂ ਦਾ ਸਨਮਾਨ ਕਰੋ। ਇਸ ਕਥਾ ਨੂੰ ਜਦੋਂ ਆਪਾਂ ਸੁਣਦੇ ਆ, ਰਾਜੇ ਨੇ ਕਿਹਾ, ਕਹਿਣ ਲੱਗਾ ਮਹਾਰਾਜ ਉਪਦੇਸ਼ ਦਿਓ, ਮੈਂ ਤੁਹਾਨੂੰ ਪੂਰਨ ਸੰਤ ਸਮਝਿਆ, ਪੂਰਨ ਸਤਿਗੁਰੂ ਮੰਨਿਆ। ਪਰ ਕੀ ਅਸੀਂ ਗੁਰਦੁਆਰੇ ਕਿ ਨਹੀਂ ਚਾਹੁੰਦੇ ਵੀ ਕੋਈ ਸਾਨੂੰ ਉਪਦੇਸ਼ ਦੇਵੇ, ਕੋਈ ਗਿਆਨ ਦੇਵੇ ਸਾਨੂੰ? ਅਸੀਂ ਸ਼ੁਰੂ ਹੀ ਇੱਥੋਂ ਹੁੰਦੇ ਹਾਂ, ਗਿਆਨੀ ਜੀ ਕੜਾਹ ਪ੍ਰਸ਼ਾਦ ਦੇ ਦਿਓ, ਛਕ ਲਿਆ। ਲੰਗਰ ਵੀ ਹੈਗਾ, ਲੰਗਰ ਵੀ ਛਕ ਲਿਆ। ਥੋੜਾ ਜਿਹਾ ਡੱਬੇ 'ਚ ਵੀ ਪੈ ਜਾਏਗਾ, ਨਾਲ ਵੀ ਚੁੱਕ ਲਿਆ। ਸੁਣਿਆ ਸੁਣਾਇਆ ਕੁਛ ਨਹੀਂ ਹੈ, ਸਿੱਖਿਆ ਸਿਖਾਇਆ ਕੁਛ ਵੀ ਨਹੀਂ ਹੈ। ਦੇਖੋ, ਪ੍ਰਸ਼ਾਦ, ਲੰਗਰ, ਇਹ ਇਸ ਗੁਰੂ ਘਰ ਦੀਆਂ ਇਹ ਬਖਸ਼ਿਸ਼ਾਂ ਨੇ। ਇਹ ਤਾਂ ਸਭ ਨੂੰ ਮਿਲ ਜਾਣੀਆਂ ਨੇ ਭਾਈ। ਪਰ ਇਸ ਕੜਾਹ ਪ੍ਰਸ਼ਾਦ ਤੋਂ ਅੱਗੇ ਇੱਕ ਗੁਰ ਪ੍ਰਸਾਦ ਹੈ, ਉਹ ਸਾਰਿਆਂ ਨੂੰ ਨਹੀਂ ਮਿਲਣਾ। ਉਹ ਗੁਰ ਕਿਰਪਾ ਜੇ ਨਰ ਕੋ ਕੀਨੀ, ਉਹ ਕਿਸੇ ਵਿਰਲੇ ਵਿਰਲੇ ਨੂੰ ਮਿਲਣੀ ਹੈ। ਸੋ ਅੱਜ ਇਸ ਲੜੀਵਾਰ ਕਥਾ ਨੂੰ ਆਪਾਂ ਇੱਥੇ ਹੀ ਵਿਰਾਮ ਦਿਆਂਗੇ, ਕਿਉਂਕਿ ਅੱਜ ਬਹੁਤ ਵੱਡਾ ਇੱਕ ਦਿਹਾੜਾ ਹੈ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਜਿਹੜੀ 15 ਭਗਤਾਂ ਦੀ ਬਾਣੀ ਹੈ, ਉਹਨਾਂ ਭਗਤਾਂ ਦੇ ਵਿੱਚ ਇੱਕ ਸ਼੍ਰੋਮਣੀ ਭਗਤ ਨੇ, ਭਗਤ ਰਵਿਦਾਸ। ਭਗਤ ਰਵਿਦਾਸ ਇੱਕ ਬਹੁਤ ਗਰੀਬ ਪਰਿਵਾਰ ਵਿੱਚ ਪੈਦਾ ਹੋਏ। ਮੈਂ ਕਹਿੰਦਾ ਗਰੀਬ ਹੋਣਾ ਵੀ ਕੋਈ ਏਡੀ ਵੱਡੀ ਜਲਾਲਤ ਨਹੀਂ ਹੈ, ਪਰ ਵਰਨ ਵੰਡ ਵਿੱਚ ਸ਼ੂਦਰ ਹੋਣਾ ਇਹ ਬੜੀ ਵੱਡੀ ਜਲਾਲਤ ਹੈ।
ਭਗਤਾਂ ਨੇ, ਭਗਤ ਰਵਿਦਾਸ ਜੀ ਨੇ ਬਾਣੀ 'ਚ ਖੁਦ ਮੰਨਿਆ, ਇਹ ਪੰਡਿਆ, ਇਦਾਂ ਬੋਲੇ ਨੇ ਉਹ, ਕਹਿੰਦੇ ਇਹ ਪੰਡਿਆ ਮੋਕੋ ਢੇਡ ਕਹਿਤ ਹੈ। ਹੁਣ ਉਹ ਸ਼ਬਦ ਇੱਥੇ ਬੋਲਿਆ ਨਹੀਂ ਜਾ ਸਕਦਾ। ਉਹ ਇੱਕ ਅਖੌਤੀ ਜਾਤੀ ਦਾ ਜ਼ਿਕਰ ਕਰਕੇ ਕਿ ਇਹ ਮੈਨੂੰ ਇਸ ਤਰ੍ਹਾਂ ਕਹਿ ਕੇ ਬੁਲਾਉਂਦਾ ਹੈ। ਆਖਿਆ, ਹੇ ਪ੍ਰਮਾਤਮਾ, ਤੇਰੀ ਪੈੜ ਪੰਛੌਡੀ ਹੋਏ ਲਾ, ਇਹਦੇ ਨਾਲ ਤੇ ਤੇਰੀ ਪੈੜ ਜਿਹੜੀ ਉਹ ਪਿੱਛੇ ਜਾਏਗੀ, ਮੈਨੂੰ ਤੇ ਕੀ ਫਰਕ ਪੈਣਾ ਹੈ? ਕਿਉਂਕਿ ਮੈਂ ਤੇ ਤੇਰਾ ਭਗਤ ਬਣ ਗਿਆ, ਮੈਂ ਤੇ ਤੇਰਾ ਹੋ ਗਿਆ। ਭਗਤ ਜੀ ਨੇ ਬੜੇ ਸਵੈਮਾਨ ਨਾਲ ਜੁੱਤੀਆਂ ਗੰਢੀਆਂ ਨੇ। ਮੈਂ ਤੇ ਇੱਥੇ ਬੈਠ ਕੇ ਰੋਜ਼ ਬੇਨਤੀ ਕਰਦਾ, ਕਿਰਤ ਕੋਈ ਮਾੜੀ ਨਹੀਂ, ਇਸ ਭੁਲੇਖੇ 'ਚ ਨਾ ਪੈਣਾ। ਸਾਡੀਆਂ ਹਿੰਦੁਸਤਾਨ ਦੀਆਂ ਅਗਰ 2-3 ਗੱਲਾਂ ਸੁਧਰ ਜਾਣ ਨਾ, ਹਿੰਦੁਸਤਾਨ ਤਰੱਕੀ ਕਰ ਸਕਦਾ ਹੈ। ਪਹਿਲੀ, ਕਿ ਜਦੋਂ ਕੋਈ ਕੰਮ ਕਰਨ ਤੁਰਦਾ ਹੈ, ਅਸੀਂ ਉਹਦੇ ਨਾਲ ਹੇਟ ਕਰਦੇ ਆ, ਨਫ਼ਰਤ ਕਰਦੇ ਆ। ਉਹ ਤੈਨੂੰ ਕੰਮ ਕਰਨ ਦੀ ਕੀ ਲੋੜ ਹੈ? ਮੈਂ ਤਾਂ ਕਈ ਵਾਰੀ ਇੱਥੇ ਬੈਠ ਕੇ ਬੇਨਤੀ ਕੀਤੀ ਕਿ ਅਗਰ ਇੰਡੀਆ ਵਿੱਚ ਮੇਰੇ ਬੱਚੇ ਹੁੰਦੇ ਤੇ ਕਈਆਂ ਨੇ ਮੇਰੇ ਬੱਚਿਆਂ ਨੂੰ ਨਹੀਂ ਸੀ ਕੰਮ ਕਰਨ ਦੇਣਾ, ਵੀ ਤੁਹਾਡੇ ਬਾਪ ਕੋਲ ਤਾਂ ਪੈਸੇ ਬੜੇ ਨੇ। ਪਰ ਸ਼ੁਕਰ ਹੋਇਆ ਕਿ 2009 ਵਿੱਚ ਮੇਰੇ ਬੱਚੇ ਅਮਰੀਕਾ ਪਹੁੰਚਦੇ ਨੇ। ਮੈਂ ਉੱਥੇ ਗੁਰਦੁਆਰੇ ਵਿੱਚ ਹੈੱਡ ਗ੍ਰੰਥੀ ਸੀ, ਮੇਰੇ ਕੋਲ ਮੇਰੇ ਬੱਚੇ ਰਹਿੰਦੇ ਨੇ, ਤੇ ਮੇਰਾ ਛੋਟਾ ਬੱਚਾ ਮੈਨੂੰ ਕਹਿੰਦਾ ਡੈਡੀ, ਅੱਜ ਇਹ ਜਿਹੜਾ ਮੁੰਡਾ ਸਾਬੀ ਹੈ ਨਾ, ਉਹਦਾ ਨਾਂ ਸੀ ਸਾਹਿਬ ਸਿੰਘ, ਉੱਥੇ ਲੰਗਰ 'ਚ ਸੇਵਾ ਕਰਦਾ ਸੀ ਉਹ ਨਿਊਯਾਰਕ। ਅੱਜ ਉਹ ਮੈਨੂੰ ਪੁੱਛਦਾ ਸੀ ਵੀ ਤੂੰ ਕੰਮ ਕੀ ਕਰਦਾ ਹੈ? ਮੈਂ ਕਿਹਾ ਫਿਰ ਤੂੰ ਕੀ ਕਿਹਾ? ਕਹਿੰਦਾ ਮੈਂ ਉਹਨੂੰ ਕਿਹਾ ਵੀ ਮੈਂ ਤੇ ਕੁਛ ਨਹੀਂ ਕਰਦਾ। ਕਹਿੰਦਾ ਉਸ ਬੱਚੇ ਦਾ ਦੂਜਾ ਸਵਾਲ ਸੀਗਾ, ਪਾਕਟ ਮਨੀ ਕਿੱਥੋਂ ਲੈਣਾ ਹੈ? ਉਹ ਕਿ ਮੈਂ ਕਿਹਾ ਫਿਰ ਤੂੰ ਕੀ ਕਿਹਾ? ਕਹਿੰਦਾ ਮੈਂ ਕਿਹਾ ਮੈਂ ਪਾਪਾ ਤੋਂ ਲੈਣਾ। ਤੇ ਤੀਜੀ ਗੱਲ ਉਸ ਬੱਚੇ ਨੇ ਫਿਰ ਕਹੀ, ਇੱਥੇ ਕੋਈ ਨਹੀਂ ਲੈਂਦਾ। ਤੁਸੀਂ ਯਕੀਨ ਕਰਨਾ, ਮੈਂ ਸ਼ੁਕਰ ਕੀਤਾ ਉਸ ਧਰਤੀ ਦਾ ਵੀ ਇਹ ਕੋਈ ਇਸ ਧਰਤੀ ਦਾ ਹੀ ਕੋਈ ਤੇਜ ਪ੍ਰਤਾਪ ਹੈ। ਆਪ ਜੀ ਨੇ ਸੁਣਿਆ ਵੀ ਜਿਹੜਾ ਸਰਵਣ ਪੁੱਤਰ ਸੀ, ਉਹ ਆਪਣੇ ਅੰਧੇ ਮਾਂ ਬਾਪ ਦੀ ਵੰਝਲੀ ਚੁੱਕ ਕੇ ਤੀਰਥਾਂ ਦੀ ਯਾਤਰਾ ਕਰਾਉਣ ਤੁਰ ਪਿਆ। ਉਹਦੇ ਮਾਤਾ ਪਿਤਾ ਅੰਧੇ ਸੀ, ਤੇ ਉਹਨਾਂ ਨੇ ਕਿਹਾ ਵੀ ਪੁੱਤਰ, ਹਿੰਦੂ ਧਰਮ ਦੇ ਵਿੱਚ ਮੰਨਿਆ ਜਾਂਦਾ ਹੈ ਵੀ ਜੇ 68 ਤੀਰਥਾਂ ਦੇ ਕੋਈ ਇਸ਼ਨਾਨ ਕਰ ਲਵੇ ਤਾਂ ਉਹਦੀ ਮੁਕਤੀ ਹੋ ਜਾਂਦੀ ਹੈ, ਤੇ ਪੁੱਤਰ ਇੱਕ ਕੰਮ ਕਰ, ਸਾਨੂੰ 68 ਤੀਰਥਾਂ ਦੀ ਯਾਤਰਾ ਹੀ ਕਰਾ ਦੇ, ਇਸ਼ਨਾਨ ਹੀ ਕਰਾ ਦੇ। ਕਹਿਣ ਲੱਗਾ ਜੀ ਕਰਾ ਦੇਣਾ। ਵੇਖੋ ਕਿੰਨੇ ਯੁੱਗ ਬੀਤ ਗਏ, ਇਹ ਤ੍ਰੇਤੇ ਯੁੱਗ ਦੀ ਕਹਾਣੀ ਹੈ। ਅੱਜ ਤੱਕ ਅਗਰ ਇਹ ਕਹਿਣਾ ਹੋਵੇ ਕਿ ਇਹ ਬੱਚਾ ਲਾਇਕ ਹੈ, ਤੇ ਹਿੰਦੁਸਤਾਨ ਦੀ, ਮੈਂ ਮੁਸਲਮਾਨਾਂ ਨੂੰ ਛੱਡ ਦਿਆਂ, ਤੇ 70-75 ਕਰੋੜ ਆਬਾਦੀ ਅੱਜ ਵੀ ਕਹਿੰਦੀ ਹੈ ਵੀ ਇਹ ਸਰਵਣ ਪੁੱਤਰ ਹੈ। ਉਸ ਬੱਚੇ ਦੇ ਨਾਂ ਤੇ ਉਹ ਤੁਰ ਪਿਆ, ਸਾਰੀ ਯਾਤਰਾ ਉਹਨੇ ਕਰਾ ਲਈ। ਪਰ ਕਹਿੰਦੇ ਜਦੋਂ ਸਹਾਰਨਪੁਰ ਪਹੁੰਚਦਾ, ਹਰਿਦੁਆਰ ਨੂੰ ਜਾ ਰਿਹਾ ਸੀ, ਨਾ ਮੇਰੇ ਤੋਂ ਇੱਕ ਸ਼ਬਦ ਭੁੱਲ ਹੋ ਗਈ, ਉਹ ਜਦੋਂ ਦਿੱਲੀ ਪਹੁੰਚਦਾ ਹੈ ਨਾ, ਹਸਤਨਾਪੁਰ, ਤੇ ਕਹਿੰਦੇ ਉਹਨੇ ਆਪਣੀ ਜਿਹੜੀ ਵਹਿੰਗੀ ਸੀ ਉਹ ਰੱਖ ਦਿੱਤੀ। ਹੁਣ ਮਾਂ ਬਾਪ ਨੂੰ ਦਿਸਦਾ ਤੇ ਹੈ ਨਹੀਂ ਸੀ, ਪਰ ਜਦੋਂ ਚੁੱਕ ਕੇ ਤੁਰਦਾ ਸੀ ਉਦੋਂ ਤੇ ਸਮਝ ਆਉਂਦੀ ਸੀ ਨਾ
ਹੁਣ ਉਹ ਮਾਂ-ਬਾਪ ਕਹਿੰਦੇ ਵੀ ਪੁੱਤਰ ਤੁਰ, ਕਹਿੰਦਾ ਪਹਿਲਾਂ ਮੈਨੂੰ ਖਰਚਾ ਦਿਓ, ਪਹਿਲਾਂ ਮੈਨੂੰ ਖਰਚਾ ਦਿਓ, ਮੈਂ ਐਵੇਂ ਤੁਹਾਡੀ ਵਹਿੰਗੀ ਚੁੱਕ ਕੇ ਤੁਰਿਆ ਫਿਰਦਾ। ਉਹ ਮਾਂ-ਬਾਪ ਕਹਿਣ ਲੱਗੇ ਵੀ ਸਰਵਣ, ਅਸੀਂ ਕੋਈ ਪੈਸੇ ਨਾਲ ਲੈ ਕੇ ਥੋੜਾ ਤੁਰੇ ਆ, ਇਹਦਾ ਘਰ ਆਪਾਂ ਹਰਿਦੁਆਰ ਜਾਣਾ ਹੈ ਨਾ, ਤੇ ਸਹਾਰਨਪੁਰ ਸਾਡੇ ਪੈਸੇ ਹੈਗੇ ਨੇ, ਅਸੀਂ ਤੈਨੂੰ ਦੇ ਦਿਆਂਗੇ, ਉੱਥੋਂ ਤੱਕ ਚੱਲ। ਉਹਨੇ ਵਹਿੰਗੀ ਚੁੱਕ ਲਈ। ਜਦੋਂ ਸਹਾਰਨਪੁਰ ਆਇਆ, ਮਾਤਾ ਪਿਤਾ ਨੇ ਕਿਹਾ ਵੀ ਬੱਚੇ ਹੁਣ ਦੱਸ ਕਿੰਨੇ ਪੈਸੇ ਨੇ ਤੇਰੇ। ਹੁਣ ਉਹਦਾ ਮਨ ਜਿਹੜਾ ਸੀ ਉਹ ਬਦਲ ਚੁੱਕਾ ਸੀ। ਆਪਣੇ ਮਾਤਾ ਪਿਤਾ ਨੂੰ ਕਹਿੰਦਾ ਕਿਹੋ ਜੀਆਂ ਗੱਲਾਂ ਕਰਦੇ ਹੋ, ਕਿ ਮਾਂ-ਬਾਪ ਦੀ ਯਾਤਰਾ ਦੇ ਕੋਈ ਪੁੱਤਰ ਪੈਸੇ ਲੈਂਦੇ ਹੁੰਦੇ ਨੇ? ਉਹ ਕਹਿਣ ਲੱਗੇ ਬੱਚੇ ਅਸੀਂ ਤਾਂ ਨਹੀਂ ਕਿਹਾ ਤੈਨੂੰ, ਤੂੰ ਹੀ ਪੈਸੇ ਮੰਗੇ ਜਦੋਂ ਹਸਤਨਾਪੁਰ ਗਏ ਸੀ। ਕਹਿਣ ਲੱਗਾ ਫਿਰ ਉਹ ਧਰਤੀ ਦਾ ਹੀ ਅਸਰ ਸੀ ਕੋਈ, ਇਹ ਉਸ ਧਰਤੀ ਦਾ ਹੀ ਕੋਈ ਅਸਰ ਸੀ ਕਿ ਮੇਰੀ ਮੱਤ ਮਾਰੀ ਗਈ। ਤੁਸੀਂ ਯਕੀਨ ਕਰਨਾ, ਮੈਂ ਸ਼ੁਕਰ ਕੀਤਾ ਰੱਬ ਦਾ ਵੀ ਇਹ ਧਰਤੀ ਨੂੰ ਬਖਸ਼ਿਸ਼ ਹੈ ਕਿ ਅਜੇ ਮੇਰੇ ਬੱਚੇ ਆਏ ਨੂੰ ਮਹੀਨਾ ਨਹੀਂ ਹੋਇਆ ਅਮਰੀਕਾ 'ਚ, ਤੇ ਉਹਨੂੰ ਅੱਗੋਂ ਇੱਕ ਬੱਚਾ ਟੱਕਰ ਗਿਆ ਜਿਹੜਾ ਪੁੱਛਦਾ ਵੀ ਤੂੰ ਕੰਮ ਕੀ ਕਰਦਾ। ਤੇ ਸਾਡੇ ਮੁਲਕ ਵਿੱਚ ਪਹਿਲੀ ਗੱਲ, ਕੋਈ ਕੰਮ ਕਰਨ ਜਾਵੇ ਤੇ ਲੋਕ ਉਹਨੂੰ ਹੇਟ ਕਰਦੇ ਨੇ, ਉਹਨੂੰ ਵਾਸਤਾ ਪਾਉਂਦੇ ਨੇ ਵੀ ਤੇਰੇ ਮਾਂ-ਪਿਓ ਕੋਲ ਤੇ ਪੈਸੇ ਬਹੁਤ ਨੇ। ਦੂਸਰੀ ਗੱਲ ਜਿਹੜੀ ਅਸੀਂ ਕਰਦੇ ਹਾਂ, ਸਾਨੂੰ ਕੋਈ ਪੁੱਛੇ ਵੀ ਤੇਰਾ ਕੰਮ ਕੀ ਹੈ, ਅਸੀਂ ਕਦੇ ਨਹੀਂ ਕਹਿੰਦੇ ਕਿ ਜੀ ਮੈਂ ਸਵੇਰੇ 8 ਵਜੇ ਜਾਣਾ, ਮੈਂ ਰਾਤੀ 9 ਵਜੇ ਆਉਣਾ, ਮੈਂ ਬੜਾ ਹਾਰਡ ਵਰਕ ਕਰਦਾ। ਨਹੀਂ ਤੇ ਸਾਡੇ 'ਚ ਢੀਠਤਾ ਇਹ ਹੈ, ਅਸੀਂ ਕਹਿੰਦੇ ਜੀ ਮੈਂ ਕੰਮ ਤੇ ਜਾਣਾ, ਜਾ ਕੇ ਚਾਹ ਪੀ ਦੀ ਹੈ, ਇੱਧਰ ਉੱਧਰ ਦੀਆਂ ਗੱਲਾਂ ਮਾਰੀ ਦੀਆਂ ਨੇ, ਫਿਰ ਲੰਚ ਟਾਈਮ ਹੋ ਜਾਂਦਾ ਹੈ, ਫਿਰ ਯਾਰਾਂ ਦੋਸਤਾਂ ਨਾਲ 2 ਪੱਤੇ ਸੁੱਟੀ ਦੇ ਨੇ ਪਾਰਕ 'ਚ ਬਹਿ ਕੇ, ਇਹਨਾਂ ਨੂੰ ਛੁੱਟੀ ਹੋ ਜਾਂਦੀ ਹੈ, ਘਰ ਆ ਜੀ ਦਾ ਵਿਹਲੇ ਰਹਿੰਦੇ ਆ, ਐਸ਼ ਕਰਦੇ ਆ। ਸਾਡੇ ਵਿੱਚ ਇੱਕ ਤੀਜੀ ਕੈਟਾਗਰੀ ਹੋਰ ਹੈ, ਉਹ ਇਹ ਹੈ ਕਿ ਤੂੰ ਕੰਮ ਤੇ ਚੱਲਿਆ? ਹਾਂਜੀ। ਕਿੱਥੇ ਕੰਮ ਕਰਦਾ? ਉਹ ਕਹਿੰਦਾ ਜੀ ਏਅਰਪੋਰਟ ਤੇ ਕਰਦਾ। ਏਅਰਪੋਰਟ ਤੇ ਕੀ ਕੰਮ ਕਰਦਾ? ਉਹ ਕਹਿੰਦਾ ਜੀ ਮੈਂ ਏਅਰਲਾਈਨ ਨਾਲ ਕਰਦਾ। ਏਅਰਲਾਈਨ ਨਾਲ ਤੂੰ ਕੀ ਕਰਦਾ? ਮਤਲਬ ਜਿੰਨਾ ਚਿਰ ਤੁਸੀਂ ਕਹੋ ਨਹੀਂ ਕਿ ਭਰਾਵਾ ਮੈਂ ਬੈਲਟ ਤੋਂ ਟੈਚੀ ਚੁੱਕਦਾ, ਉਹਨਾਂ ਚਿਰ ਤੁਹਾਡੀ ਜਾਨ ਨਹੀਂ ਛੱਡਣੀ ਉਹਨੇ। ਇਹ ਤਿੰਨੋਂ ਗੱਲਾਂ ਨੇ ਸਾਡੇ ਹਿੰਦੁਸਤਾਨ ਦਾ ਸਤਿਆਨਾਸ਼ ਕੀਤਾ ਹੈ। ਅਸੀਂ ਕੰਮ ਦੇ ਵਿੱਚ ਵੀ ਸਟੇਟਸ ਹੈ, ਨਹੀਂ ਕੰਮ ਦੇ ਵਿੱਚ ਕੋਈ ਸਟੇਟਸ ਨਹੀਂ ਹੈਗਾ। ਕੰਮ ਦੇ ਵਿੱਚ ਇੱਕੋ ਚੇਤਾ ਰੱਖਣਾ ਕਿ ਕੰਮ ਦੇ ਵਿੱਚ ਸਟੇਟਸ ਹੈ ਤੇ ਚੋਰੀ ਦੇ ਵਿੱਚ ਪਾਪ ਹੈ। ਭਗਤ ਰਵਿਦਾਸ ਨੇ ਕਿਹਾ, ਕਹਿੰਦੇ ਚਮਰੱਠਾ ਗੰਠ ਨਾ ਜਨਈ, ਕਹਿੰਦੇ ਮੈਨੂੰ ਚਮੜਾ ਗੰਢਣਾ ਨਹੀਂ ਆਉਂਦਾ ਜੇ ਚੰਗੀ ਤਰ੍ਹਾਂ ਜੁੱਤੀਆਂ ਬਣਾਉਣੀਆਂ ਨਹੀਂ ਆਉਂਦੀਆਂ। ਵੇਖੋ ਜੁੱਤੀ ਬਣਾਉਣੀ ਵੀ ਇੱਕ ਕਲਾ ਹੈ। ਅੱਜ ਤੁਸੀਂ ਖਰੀਦਣ ਜਾਓਗੇ, ਕੋਈ ਪਟਿਆਲੇ ਦੀ ਕਹਿੰਦਾ, ਕੋਈ ਫਾਜ਼ਿਲਕਾ ਦੀ ਕਹਿੰਦਾ, ਪਰ ਸਭ ਤੋਂ ਜੁੱਤੀ ਵਧੀਆ ਕਸੂਰ ਦੀ ਮੰਨੀ ਗਈ ਹੈ। ਹੁਣ ਆਪ ਜੀ ਤੇ ਬ੍ਰਾਂਡਡ ਸ਼ੂਜ਼ ਪਾਉਣ ਵਾਲੇ ਹੋ, ਅਸੀਂ ਪੇਂਡੂ ਆਦਮੀ ਆ। ਸਾਡੇ ਪਿੰਡਾਂ 'ਚ ਹੁੰਦਾ ਸੀ ਵੀ ਅਮਕਾ ਮੋਚੀ ਜਿਹੜਾ ਹੈ ਜੁੱਤੀ ਉਹਦੇ ਕੋਲ ਬਣਵਾਉਣੀ ਹੈ। ਜੁੱਤੀ ਦੀ ਕੁਆਲਿਟੀ ਹੁੰਦੀ ਸੀ ਜਿਹਦਾ ਭਾਰ ਘੱਟ ਹੋਵੇ ਤੇ ਜਿਹਦਾ ਧਾਗਾ ਨਾ ਨਿਕਲੇ, ਮਤਲਬ ਥੱਲੇ ਤਲੇ ਘਸ ਜਾਣ ਪਰ ਜੁੱਤੀ ਉਖੜਨੀ ਨਹੀਂ ਚਾਹੀਦੀ। ਸਿਲਾਈ ਕੀਤੀ ਜਾਂਦੀ ਸੀ, ਉਹ ਵੀ ਹੱਥ ਨਾਲ। ਭਗਤ ਰਵਿਦਾਸ ਨੇ ਜਿਹੜਾ ਗੁਰੂ ਨਾਨਕ ਦਾ ਧਰਮ ਹੈ ਕਿਰਤ ਕਰਨੀ,
ਇਹ ਗੁਰੂ ਨਾਨਕ ਦਾ ਪਹਿਲਾ ਉਪਦੇਸ਼ ਹੈ ਤੇ ਗੁਰੂ ਨਾਨਕ ਦੇ ਧਰਮ ਦੀ ਪਹਿਲੀ ਸਿੱਖਿਆ ਹੈ ਕਿਰਤ ਕਰਨੀ। ਤੇ ਭਗਤ ਰਵਿਦਾਸ ਜੀ ਨੇ ਮੰਨਿਆ। ਉਹ ਕਹਿੰਦੇ ਚਮਰੱਠਾ ਗੰਠ ਨਾ ਜਨਹੀ ਲੋਕ ਗਠਾਵੇਂ ਪਨਹੀ। ਕਹਿੰਦੇ ਮੈਨੂੰ ਚਮੜਾ ਗੰਢਣਾ ਆਉਂਦਾ ਨਹੀਂ, ਪਰ ਲੋਕ ਮੇਰੇ ਕੋਲ ਜੁੱਤੀਆਂ ਲੈ ਕੇ ਆ ਜਾਂਦੇ ਨੇ ਕਿ ਰਵਿਦਾਸ ਸਾਡੀਆਂ ਜੁੱਤੀਆਂ ਗੰਢ ਦਿਓ। ਪਰ ਇਹ ਚੇਤਾ ਰੱਖਣਾ, ਰਵਿਦਾਸ ਢਵੰਤਾ ਢੋਰ ਨੀਤ ਤਿੰਨ ਤਿਆਗੀ ਮਾਇਆ। ਪ੍ਰਗਟ ਹੋਵਾ ਸਾਧ ਸੰਗ ਹਰ ਦਰਸ਼ਨ ਪਾਇਆ। ਰੱਬ ਦੇ ਪਿਆਰਿਆਂ ਦੀ ਸੰਗਤ ਵਿੱਚ ਪ੍ਰਗਟ ਹੋ ਗਿਆ ਔਰ ਉਸਨੇ ਰੱਬ ਦੇ ਸਾਖਸ਼ਾਤ ਦਰਸ਼ਨ ਕੀਤੇ ਨੇ। ਐਸੇ ਭਗਤ ਰਵਿਦਾਸ ਹੋਏ ਨੇ ਜਿਨ੍ਹਾਂ ਨੇ ਬੜੀ ਬੇਬਾਕੀ ਦੇ ਨਾਲ ਸਾਨੂੰ ਧਰਮ ਦਾ ਉਪਦੇਸ਼ ਦਿੱਤਾ ਹੈ। ਤੁਸੀਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹੋਗੇ ਨਾ, ਫਿਰ ਤੁਹਾਨੂੰ ਸਮਝ ਆਵੇਗੀ ਵੀ ਇਕੱਲੇ ਗੁਰੂ ਨਾਨਕ ਸਾਹਿਬ ਕ੍ਰਾਂਤੀਕਾਰੀ ਨਹੀਂ, ਸਾਰੇ ਭਗਤ ਕ੍ਰਾਂਤੀਕਾਰੀ ਸੀ। ਇਹ ਜਿਹੜਾ ਸਤਿਗੁਰੂ ਦਾ ਬਚਨ ਹੈ ਨਾ ਕਿ ਜੇ ਕੋ ਬੋਲੇ ਸੱਚ ਕੂੜਾ ਜਲ ਜਾਵਈ, ਇਸੇ ਕਰਕੇ ਜਿਹੜੇ ਲੋਕ ਨੇ ਨਾ ਉਹ ਬਟਰਿੰਗ ਕਰਦੇ ਨੇ, ਗੱਲਬਾਤ ਨਹੀਂ ਕਰਦੇ। ਗੱਲਾਂ ਨੂੰ ਪੋਲਿਸ਼ ਕੀਤਾ ਜਾਂਦਾ ਹੈ, ਗੱਲਾਂ ਦੇ ਉੱਤੇ ਚਿਕੜਾ ਜਿਹਾ ਘਿਓ ਲਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਪਰ ਉਹਨੂੰ ਸੱਚ ਨਹੀਂ ਕਹਿੰਦੇ। ਸੱਚ ਜਦੋਂ ਵੀ ਬੋਲਿਆ ਜਾਏਗਾ ਝੂਠੇ ਆਦਮੀ ਦੇ ਕੱਪੜਿਆਂ ਨੂੰ ਅੱਗ ਲੱਗੇਗੀ। ਜੇ ਕੋ ਬੋਲੇ ਸੱਚ ਕੂੜਾ ਜਲ ਜਾਵੇ। ਜਦੋਂ ਭਗਤ ਰਵਿਦਾਸ ਬੋਲੇ ਨੇ ਤੇ ਤੁਸੀਂ ਕੀ ਸੋਚਦੇ ਵੀ ਕਿੰਨੇ ਹੰਕਾਰੀ ਪੰਡਤਾਂ ਨੂੰ ਅੱਗ ਲੱਗਦੀ ਹੋਏਗੀ। ਪਰ ਉਹਨਾਂ ਨੇ ਕਿਸੇ ਦਾ ਲਿਹਾਜ਼ ਨਹੀਂ ਕੀਤਾ। ਬੜੀ ਬੇਬਾਕੀ ਨਾਲ ਉਹਨਾਂ ਨੇ ਧਰਮ ਦਾ ਰਸਤਾ ਦੱਸਿਆ। ਹੁੰਦਾ ਕੀ ਹੈ, ਜਦੋਂ ਤੁਸੀਂ ਸੱਚ ਦੇ ਰਸਤੇ ਤੇ ਤੁਰਦੇ ਹੋ ਤੇ ਜਿਨ੍ਹਾਂ ਨੇ ਝੂਠ ਦੇ ਜਾਲ ਵਿਛਾਏ ਹੁੰਦੇ ਨੇ ਉਹਨਾਂ ਨੂੰ ਆਪਣੀ ਧਰਤੀ ਗਵਾਚਦੀ ਨਜ਼ਰ ਆਉਂਦੀ ਹੈ, ਉਹਨਾਂ ਨੂੰ ਆਪਣੀ ਸਲਤਨਤ ਟੁੱਟਦੀ ਨਜ਼ਰ ਆਉਂਦੀ ਹੈ। ਗੁਰੂ ਨੌਵੇਂ ਪਾਤਸ਼ਾਹ ਦੇ ਪ੍ਰਤੀ ਇੱਕ ਗੱਲ ਕਹਿਣੀ ਮੱਖਣ ਸ਼ਾਹ ਲਬਾਣੇ ਦੀ, ਗੁਰੂ ਲਾਦੋ ਰੇ, ਗੁਰੂ ਲਾਦੋ ਰੇ। ਹਾਲਾਤ ਇਹ ਬਣ ਗਏ, ਗੋਲੀ ਚੱਲ ਗਈ। ਧੀਰ ਮੱਲ ਨੂੰ ਫਿਕਰ ਪੈ ਗਿਆ ਕਿ ਕਿੰਨਾ ਹੀ ਟਾਈਮ ਹੋ ਗਿਆ ਸੀ, ਮੌਜਾਂ ਲੱਗੀਆਂ ਸੀ, ਵੱਡਾ ਮਸਨਦ ਸੀ, ਲੋਕ ਆਉਂਦੇ ਸੀ, ਮੱਥੇ ਟੇਕਦੇ ਸੀ, ਚੜਾਵੇ ਆਉਂਦੇ ਸੀ, ਖੀਰਾ ਪੂੜੇ ਖਾਂਦੇ ਸੀ। ਮੱਖਣ ਸ਼ਾਹ ਨੇ ਕੀ ਕਹਿ ਦਿੱਤਾ, ਗੁਰੂ ਲਾਦੋ ਰੇ। ਸਵਾਲ ਇਹ ਨਹੀਂ ਕਿ ਗੁਰੂ ਤੇਗ ਬਹਾਦਰ ਲੱਭ ਪਿਆ, ਇਹਦਾ ਅਰਥ ਹੈ ਵੀ ਅਸੀਂ ਆਪਣਾ ਮੰਜੀ ਬਿਸਤਰਾ ਚੁੱਕ ਲਈਏ, ਹੁਣ ਅਸੀਂ ਗੁਰੂ ਹੀ ਨਹੀਂ ਰਹੇ, ਹੁਣ ਸਾਨੂੰ ਕੋਈ ਗੁਰੂ ਹੀ ਨਹੀਂ ਮੰਨੇਗਾ। ਗੋਲੀ ਇਸ ਕਰਕੇ ਚਲਾਈ ਸੀ, ਗੋਲੀ ਇਸ ਕਰਕੇ ਨਹੀਂ ਚਲਾਈ ਕਿ ਗੁਰੂ ਤੇਗ ਬਹਾਦਰ ਲੱਭ ਗਏ ਨੇ। ਅਸਲ ਵਿੱਚ ਗੁਰੂ ਤਾਂ ਹੈ ਹੀ ਤੇਗ ਬਹਾਦਰ ਸੀ, ਇਹ ਤਾਂ ਧੀਰਮਲ ਨੂੰ ਵੀ ਪਤਾ ਸੀ, ਧੀਰਮਲ ਨੂੰ ਪਤਾ ਸੀ। ਜਿਹੜੇ ਲੋਕ 2 ਨੰਬਰੀਏ ਹੁੰਦੇ ਨੇ ਜਾਂ ਜਿਹੜੇ ਬੰਦੇ 2 ਨੰਬਰ ਦਾ ਕੰਮ ਕਰਦੇ ਹੁੰਦੇ ਨੇ ਉਹਨਾਂ ਨੂੰ ਪਤਾ ਹੁੰਦਾ ਜਦੋਂ ਛਾਪਾ ਪੈਂਦਾ ਹੈ ਆਪਾਂ ਕਹਿੰਦੇ ਉਹ ਬੰਦਾ ਫੜਿਆ ਗਿਆ। ਫੜੇਗਾ ਦਾ ਅਰਥ ਕੀ ਹੈ ਕਿ ਉਹਦਾ 2 ਨੰਬਰ ਦਾ ਕੰਮ ਆ ਕੇ ਪੁਲਿਸ ਨੇ 2 ਨੰਬਰ ਦਾ ਕਰ ਦਿੱਤਾ ਹੈ, ਨਹੀਂ। ਇਸੇ ਕਰਕੇ ਕਹਿੰਦੇ ਨੇ ਨਾ ਵੀ ਜਿੰਨਾ ਚਿਰ ਨਾ ਫੜਿਆ ਜਾਵੇ ਚੋਰ ਵੀ ਸਾਧ ਹੀ ਹੁੰਦਾ ਹੈ, ਨਾ ਫੜਿਆ ਜਾਵੇ ਤੇ ਚੋਰ ਵੀ ਸਾਧ ਹੈ, ਪਰ ਜਦੋਂ ਫੜਿਆ ਜਾਵੇ ਤੇ ਫਿਰ ਸਾਧ ਸਾਧ ਹੁੰਦਾ ਹੈ, ਚੋਰ ਚੋਰ ਹੀ ਹੁੰਦਾ ਹੈ, ਮੁੜ ਕੇ ਭੁਲੇਖਾ ਨਹੀਂ ਰਹਿੰਦਾ। ਅੱਜ ਉਸ ਮਹਾਨ ਪੁਰਖ, ਉਸ ਮਹਾਨ ਵਿਅਕਤੀ
ਜਿਨ੍ਹਾਂ ਨੇ ਇੰਨੀ ਉੱਚੀ ਪੱਧਤੀ ਹਾਸਲ ਕਰ ਲਈ, ਲੋਕਾਂ ਦੀਆਂ ਜੁੱਤੀਆਂ ਗੰਢਦੇ ਆ ਕਿ ਅੱਜ ਗੁਰੂਆਂ ਦੇ ਤੁੱਲ ਉਹਨਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ। ਚਾਲੀ ਦੇ ਕਰੀਬ ਉਹਨਾਂ ਦੇ ਸ਼ਬਦ ਨੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ, ਵੱਖਰੇ ਵੱਖਰੇ ਰਾਗਾਂ ਵਿੱਚ ਨੇ। ਔਰ ਐਸਾ ਨਹੀਂ, ਕਿਸੇ ਦੀ ਹਿੰਮਤ ਨਹੀਂ ਕਿ ਕੋਈ ਕਵੇ ਕਿ ਭਗਤ ਰਵਿਦਾਸ ਤੇ ਅਖੌਤੀ ਜਾਤ ਕਰਕੇ ਚਮਿਆਰ ਸਨ, ਇਸ ਕਰਕੇ ਮੈਂ ਤੇ ਉਹਨਾਂ ਨੂੰ ਮੱਥਾ ਨਹੀਂ ਟੇਕਦਾ। ਇਹ ਉਹ ਭਗਤ ਹੋਏ ਨੇ ਜਿਨ੍ਹਾਂ ਨੂੰ ਮੰਦਰਾਂ ਚੋਂ ਕੱਢ ਦਿੱਤਾ ਗਿਆ, ਮੰਦਰਾਂ 'ਚ ਨਹੀਂ ਵੜਨ ਦਿੱਤਾ, ਤੇ ਗੁਰੂ ਅਰਜਨ ਸਾਹਿਬ ਨੇ ਕਿਰਪਾ ਕੀਤੀ, ਉਹਨਾਂ ਭਗਤਾਂ ਨੂੰ ਆਪਣੇ ਨਾਲ ਬਿਠਾਇਆ, ਆਪਣੇ ਬਰਾਬਰ ਬਾਣੀ ਲਿਖੀ ਤੇ ਉਹਨਾਂ ਨੂੰ ਹਰਿਮੰਦਰ ਦੇ ਵਿੱਚ ਬਿਠਾ ਦਿੱਤਾ। ਆਖਿਆ ਭਗਤ ਜੀ ਇੱਥੇ ਬੈਠੋ, ਤੁਹਾਡੀ ਥਾਂ ਮੰਦਰਾਂ ਵਿੱਚ ਭਾਵੇਂ ਨਾ ਹੋਵੇ, ਪਰ ਤੁਹਾਡੀ ਥਾਂ ਹਰੀ ਦੇ ਮੰਦਰ ਵਿੱਚ ਬੜੀ ਵੱਡੀ ਹੈ। ਇਸ ਕਰਕੇ ਅੱਜ ਸਾਰੇ ਸਿੱਖ ਜਗਤ ਨੂੰ, ਸਾਰੀਆਂ ਸੰਗਤਾਂ ਨੂੰ, ਸਮੂਹ ਨਾਨਕ ਨਾਮ ਲੇਵਾ ਸੰਸਾਰ ਨੂੰ ਲੱਖ 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 ਵਧਾਈਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।